ਵਾਇਸ ਆਫ ਇੰਡੀਆ ਤੇ ਆਪ ਸਾਰਿਆਂ ਦਾ ਹਾਰਦਿਕ ਸਵਾਗਤ ਹੈ ਜੀ। ਅੱਜ ਅਸੀਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਮਾਂ ਬੋਲੀ ਦੀ ਮਹੱਤਤਾ, ਕੀ ਇੰਪੋਰਟੈਂਸ ਹੈ ਮਦਰ ਲੈਂਗੁਏਜ ਦੀ। ਔਰ ਸਾਡੇ ਮਾਹਰ ਨੇ ਅੱਜ ਸਾਡੇ ਮਹਿਮਾਨ ਨੇ ਪ੍ਰੋਫੈਸਰ ਆਰਐਸ ਬਰਾੜ ਜੀ। ਸਤਿ ਸ਼੍ਰੀ ਅਕਾਲ ਬਰਾੜ ਸਾਹਿਬ। ਸਤਿ ਸ਼੍ਰੀ ਅਕਾਲ MP ਸਿੰਘ ਜੀ। ਕੀ ਹੈ ਜੀ ਮਾਂ ਬੋਲੀ ਦੀ ਇੰਪੋਰਟੈਂਸ? ਮਾਂ ਬੋਲੀ ਜਿਹੜੀ ਅਸੀਂ ਜਿਹਨੂੰ ਪੰਜਾਬੀ ਮਾਂ ਬੋਲੀ ਅਸੀਂ ਕਹਿੰਦੇ ਹਾਂ, ਕੋਈ ਹਿੰਦੀ ਵੀ ਕਹਿੰਦਾ ਹੋਊਗਾ, ਜਿਹੜੇ ਗੋਰੇ ਆ ਉਹਨਾਂ ਦੀ ਅੰਗਰੇਜ਼ੀ ਵੀ ਹੋ ਸਕਦੀ ਹੈ। ਸਾਰਿਆਂ ਦੀ ਇਕੁਅਲ ਇੰਪੋਰਟੈਂਸ ਹੁੰਦੀ ਜਾਂ ਕਿਵੇਂ ਇਹਨੂੰ ਤੁਸੀਂ ਲੈਂਦੇ ਹੋ? ਮਿਸਟਰ MP ਸਿੰਘ ਜੀ, ਮਾਂ ਬੋਲੀ ਦੀ ਜੋ ਮਹੱਤਤਾ ਵਾਲੀ ਗੱਲ ਹੈ, ਜਿਵੇਂ ਮਾਂ ਸਾਰਿਆਂ ਦੀ ਆਪਣੀ ਆਪਣੀ ਹੈ, ਉਸੇ ਤਰ੍ਹਾਂ ਮਾਂ ਬੋਲੀ ਸਾਰਿਆਂ ਦੀ ਆਪਣੀ ਆਪਣੀ ਹੁੰਦੀ ਹੈ। ਅਲੱਗ-ਅਲੱਗ ਸਾਰਿਆਂ ਦੀ। ਸਾਰੀ ਦੁਨੀਆ ਦੇ ਉੱਪਰ ਹਜ਼ਾਰਾਂ ਬੋਲੀਆਂ ਨੇ, ਹਜ਼ਾਰਾਂ ਫਿਰਕੇ ਨੇ, ਹਜ਼ਾਰਾਂ ਲੋਕ ਨੇ, ਲੱਖਾਂ ਲੋਕ ਨੇ। ਤਾਂ ਹਰ ਖਿੱਤੇ ਵਿੱਚ ਵੱਖਰੀ ਵੱਖਰੀ ਮਾਂ ਬੋਲੀ ਹੈ। ਠੀਕ ਹੈ। ਔਰ ਹਰ ਵਿਅਕਤੀ ਦੀ ਜਿਹੜੀ ਮਾਂ ਬੋਲੀ ਆ, ਉਹ ਉਸ ਦੇ ਵਾਸਤੇ ਬਹੁਤ ਜ਼ਿਆਦਾ ਮਹੱਤਵ ਰੱਖਦੀ ਹੈ। ਮਾਂ ਬੋਲੀ ਨੂੰ ਅਸੀਂ ਲੈਂਗੁਏਜ ਆਫ ਦੀ ਹਾਰਟ ਕਹਿੰਦੇ ਆ। ਠੀਕ ਹੈ। ਲੈਂਗੁਏਜ ਆਫ ਦੀ ਮਾਈਂਡ ਕਹਿੰਦੇ ਆ, ਲੈਂਗੁਏਜ ਆਫ ਦੀ ਸੋਲ ਕਹਿੰਦੇ ਆ, ਤੇ ਲੈਂਗੁਏਜ ਆਫ ਦੀ ਸਪਿਰਿਟ ਕਹਿੰਦੇ ਆ। ਠੀਕ ਹੈ। ਕੋਈ ਵੀ ਵਿਅਕਤੀ ਜੋ ਧਰਤੀ ਤੇ ਆਇਆ, ਉਹ ਆਪਣੀ ਮਾਂ ਬੋਲੀ ਤੋਂ ਬਿਨਾਂ ਜ਼ਿੰਦਾ ਨਹੀਂ ਰਹਿ ਸਕਦਾ। ਇਹ ਉਸ ਦੀ ਲਾਈਫ ਲਾਈਨ ਹੈ। ਠੀਕ ਹੈ। ਜਿੰਨੀ ਤੁਹਾਨੂੰ ਆਹਾਰ ਦੀ ਜ਼ਰੂਰਤ ਹੈ, ਖੁਰਾਕ ਦੀ ਜ਼ਰੂਰਤ ਹੈ, ਉਨੀ ਹੀ ਜ਼ਰੂਰਤ ਤੁਹਾਨੂੰ ਆਪਣੀ ਮਾਂ ਬੋਲੀ ਦੀ ਆ। ਚਾਹੇ ਤੁਸੀਂ ਮਾਈਗ੍ਰੇਟ ਕਰ ਗਏ ਹੋ, ਚਾਹੇ ਦੁਨੀਆ ਦੇ ਕਿਸੇ ਵੱਖਰੇ ਖਿੱਤੇ ਵਿੱਚ ਇਕੱਲੇ ਰਹਿ ਰਹੇ ਹੋ, ਪਰ ਤੁਸੀਂ ਆਪਣੀ ਮਾਂ ਬੋਲੀ ਤੋਂ ਬਿਨਾਂ ਆਪਣੇ ਹਾਵ ਭਾਵ, ਆਪਣੀ ਜ਼ਿੰਦਗੀ ਦੇ ਅਨੁਭਵ ਸਾਂਝੇ ਨਹੀਂ ਕਰ ਸਕਦੇ। ਠੀਕ ਹੈ। ਜਿਹੜੀਆਂ ਸਮੇਂ ਦੀਆਂ ਸਰਕਾਰਾਂ ਹੁੰਦੀਆਂ, ਉਹ ਕੋਸ਼ਿਸ਼ ਤਾਂ ਉਹਨਾਂ ਦੀ ਇਹ ਹੁੰਦੀ ਹੈ ਕਿ ਜਿਹੜਾ ਵੀ ਇੰਡੀਵਿਜੂਅਲ ਆ ਉਹਦੀ ਬੋਲੀ ਤੋਂ ਉਹਨੂੰ ਦੂਰ ਕਰਤਾ ਜਾਵੇ। ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਕੈਨੇਡਾ ਵਿੱਚ ਵੀ ਵਾਪਰੀਆਂ, ਸਾਡੇ ਬੈਕ ਹੋਮ ਕੰਟਰੀਜ਼ 'ਚ ਵੀ ਇੱਦਾਂ ਹੀ ਹੈਗੀਆਂ। ਡਿਫਰੈਂਟ ਲੋਕ ਜਿਹੜੇ ਆ ਉਹ ਇਸ ਗੱਲ ਦੇ ਸ਼ਿਕਾਰ ਹੋਏ ਆ। ਇਹ ਮਾਂ ਬੋਲੀ ਤੋਂ ਤੋੜਨ ਦਾ ਮਨਸੂਬਾ, ਜਿਹੜਾ ਕੋਸ਼ਿਸ਼ ਹੈ ਸਰਕਾਰਾਂ ਦੀ ਜਾਂ ਹੋਰਨਾਂ ਲੋਕਾਂ ਦੀ, ਇਹ ਇੱਦਾਂ ਕਿਉਂ ਕੀਤਾ ਜਾਂਦਾ? ਜਿਹੜੀਆਂ ਸਰਕਾਰਾਂ ਨੇ, ਉਹਨਾਂ ਦਾ ਇੱਕ ਗੋਲ ਹੁੰਦਾ, ਆਪਣਾ ਦਾ ਮੋਟਿਵ ਹੁੰਦਾ ਕਿ ਅਸੀਂ ਲੋਕਾਂ ਨੂੰ ਆਪਣੇ ਥੱਲੇ ਕੰਟਰੋਲ ਕਿਸ ਤਰ੍ਹਾਂ ਕਰਨਾ ਹੈ। ਠੀਕ ਹੈ। ਔਰ ਬੜੀ ਇਹ ਰਿਸਰਚਡ ਗੱਲ ਹੈ ਕਿ ਜੇ ਤੁਸੀਂ ਲੋਕਾਂ ਨੂੰ ਉਹਨਾਂ ਦੀ ਮਾਂ ਬੋਲੀ ਤੋਂ ਵੱਖਰਾ ਕਰ ਦਿਓਗੇ, ਤਾਂ ਲੋਕ ਜਿਹੜੇ ਆ ਉਹ ਆਟੋਮੈਟਿਕਲੀ ਤੁਹਾਡੇ ਥੱਲੇ ਆ ਜਾਣਗੇ, ਟੁੱਟ ਜਾਣਗੇ ਆਪਦੇ ਓਰੀਜਨ ਨਾਲ ਟੁੱਟ ਜਾਣਗੇ। ਇਹ ਜੁਗਾਂ ਜੁਗਾਂਤਰਾਂ ਤੋਂ ਹੈ ਕਿ ਜੇ ਕਿਸੇ ਦਾ ਵਿਰਸਾ ਤੋੜਨਾ ਹੋਵੇ, ਆਪਣੇ ਤੁਹਾਨੂੰ ਮੈਂ ਐਗਜ਼ਾਮਪਲ ਦਿੰਦਾ ਹਾਂ ਕਿ ਮਹਾਰਾਜਾ ਦਲੀਪ ਸਿੰਘ ਸੀਗੇ। ਬਿਲਕੁਲ। ਇਹ ਬਹੁਤ ਵੱਡੀ ਐਗਜ਼ਾਮਪਲ ਹੈ ਇਤਿਹਾਸ ਦੀ ਕਿ ਉਹਨਾਂ ਨੂੰ ਪੰਜਾਬ ਤੋਂ ਇੰਗਲੈਂਡ ਲਿਆਂਦਾ ਗਿਆ, ਔਰ ਉੱਥੇ ਉਹਨਾਂ ਨੂੰ ਬੋਲੀ ਨਾਲੋਂ ਤੋੜਿਆ ਗਿਆ, ਉਹਨਾਂ ਨੂੰ ਵਿਰਸੇ ਯਾਨੀ ਉਹਨਾਂ ਨੂੰ ਉਹਨਾਂ ਦੇ ਰਾਜ ਭਾਗ ਤੋਂ ਤੋੜਤਾ। ਤਾਂ ਇਹ ਇੱਕ ਤਰ੍ਹਾਂ ਨਾਲ ਟਾਈਮ ਟੈਸਟਡ ਪ੍ਰਿੰਸੀਪਲ ਹੈ ਪੋਲੀਟੀਕਲ ਕਲਾਸ ਦਾ। ਠੀਕ ਹੈ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਕਿ ਜਦੋਂ ਈਸਟ ਇੰਡੀਆ ਕੰਪਨੀ ਆਈ ਸੀ, ਬਿਲਕੁਲ, ਉਹਨਾਂ ਦੇ ਮਿਸਟਰ ਚਾਰਲਸ ਗ੍ਰਾਂਟ ਸੀਗੇ। ਮੈਂ ਉਹਨਾਂ ਦੀ ਦੋ ਲਾਈਨਾਂ ਪੜ੍ਹਦਾ। ਲੈਂਗੁਏਜ ਬਾਰੇ ਉਹ ਕਹਿੰਦੇ ਆ, ਦੀ ਹਿੰਦੂਸ ਵੁੱਡ ਇਨ ਟਾਈਮ become teachers of English themselves and the employment of our language in public business all over the country। ਤੇ ਮੁਕਾਲੇ ਜਿਹੜੇ ਹੋਏ ਨੇ ਇੰਗਲੈਂਡ ਦੇ, ਜਦੋਂ ਈਸਟ ਇੰਡੀਆ ਕੰਪਨੀ ਆਈ, ਉਹਨਾਂ ਦਾ ਇੱਕ ਕਮੈਂਟ ਹੈਗਾ, ਉਹ ਕਹਿੰਦੇ ਹੈਗੇ ਆ ਕਿ ਕਲਾਸ ਆਫ ਪਰਸਨਸ ਇੰਡੀਅਨ ਇਨ ਬਲੱਡ ਐਂਡ ਕਲਰ ਬਟ ਇੰਗਲਿਸ਼ ਇਨ ਟੇਸਟ, in opinions, in morals and in intellect। ਕਿ ਜਿਹੜੇ ਇੰਡੀਅਨਸ ਨੇ, ਉਹਨਾਂ ਦਾ ਕਲਰ ਤਾਂ ਉਹੀ ਰਹੂਗਾ, ਉਹਨਾਂ ਦਾ ਬਲੱਡ ਉਹ ਰਹੂਗਾ, ਪਰ ਉਹਨਾਂ ਦੀ ਸਾਰੀ ਸੋਚ ਜਿਹੜੀ ਹੋਊਗੀ ਇੰਗਲਿਸ਼ ਲੈਂਗੁਏਜ ਦੇ ਨਾਲ ਬਦਲ ਜੂਗੀ। ਉਹਨਾਂ ਨੇ ਇੱਥੋਂ ਤੱਕ ਵੀ ਬ੍ਰਿਟਿਸ਼ ਪਾਰਲੀਮੈਂਟ ਵਿੱਚ ਗੱਲ ਕਹੀ ਕਿ ਸਾਡੀ ਲਾਇਬ੍ਰੇਰੀ ਦੀ ਇੱਕ ਸ਼ੈਲਫ ਇੰਨੀ ਰਿਚ ਹੈ ਕਿ ਉਹ ਇੰਡੀਅਨ ਲਿਟਰੇਚਰ ਉਹਦੇ ਮੁਕਾਬਲੇ ਖੜ ਹੀ ਨਹੀਂ ਸਕਦਾ। ਕੁਝ ਵੀ ਨਹੀਂ। ਕਿ ਇੱਕ ਸਿਸਟਮੈਟਿਕ ਵੇ ਹੁੰਦਾ ਹੈਗਾ ਕਿ ਤੁਸੀਂ ਆਏ ਤਾਂ ਉਹ ਬਿਜ਼ਨਸ ਕਰਨ ਸੀਗੇ,
ਪਰ ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਇੱਥੇ ਰੂਲ ਕਰਨਾ ਹੈਗਾ। ਬਿਜ਼ਨਸ ਤੱਕ ਬਣਨਾ ਸੀ ਨਾ, ਬਿਜ਼ਨਸ ਬਹਾਨਾ ਸੀ। ਕੈਨੇਡਾ 'ਚ ਵੀ ਜੇ ਉਹ ਪੂਰੀ ਦੁਨੀਆ ਤੇ ਰਾਜ ਕੀਤਾ ਉਹਨਾਂ ਨੇ। ਜੋ ਕੈਨੇਡਾ ਦੇ ਵਿੱਚ ਜੋ ਘਟਨਾਵਾਂ ਹੋਈਆਂ ਨੇ ਬੱਚਿਆਂ ਦੀਆਂ ਰੈਜ਼ੀਡੈਂਸ਼ੀਅਲ ਸਕੂਲਸ ਦੀਆਂ ਇਸ਼ੂਜ਼ ਨੇ, ਹਾਂਜੀ ਹਾਂਜੀ, ਮੈਂ ਇੱਕ ਪੋਇਮ ਪੜ੍ਹ ਰਿਹਾ ਸੀ ਕਿ ਉਸ ਬੱਚੇ ਦੀ ਪੋਇਮ ਲਿਖੀ ਹੋਈ ਸੀਗੀ ਜਿਹੜਾ ਬੱਚਾ ਕਿਤੇ ਰੈਜ਼ੀਡੈਂਸ਼ੀਅਲ ਸਕੂਲ 'ਚ ਗਿਆ ਹੋਣਾ ਤੇ ਜਦੋਂ ਉਹ ਵਾਪਸ ਆਉਂਦਾ ਤੇ ਉਹ ਆਪਣੀ ਮਾਂ ਬੋਲੀ ਦੇ ਵਿੱਚ 4 ਲਾਈਨਾਂ ਲਿਖਦਾ। ਠੀਕ ਹੈ। ਤੇ ਉਹ ਕਹਿੰਦਾ ਵੀ ਇਹ ਮਾਂ ਬੋਲੀ ਮੈਨੂੰ ਉੱਥੇ ਅਲਾਉਡ ਨਹੀਂ ਸੀ, ਸਕੂਲ 'ਚ ਅਲਾਉਡ ਨਹੀਂ ਸੀ। ਤਾਂ ਮਾਂ ਬੋਲੀ ਤੋਂ ਬੱਚਿਆਂ ਨੂੰ ਦੂਰ ਕਰਨਾ ਜਾਂ ਰੇਸ ਨੂੰ ਦੂਰ ਕਰਨਾ ਜਾਂ ਨੇਸ਼ਨ ਨੂੰ ਦੂਰ ਕਰਨਾ, ਇਹਦਾ ਇੱਕ ਪੋਲੀਟੀਕਲ ਮੋਟਿਵ ਹੁੰਦਾ। ਪੋਲੀਟੀਕਲ ਆਲਵੇਜ਼ ਰਿਹਾ ਹੈ, ਰਹੇਗਾ ਵੀ ਆਉਣ ਵਾਲੀ। ਜਦੋਂ ਵੀ ਪੋਲੀਟੀਕਲ ਕਲਾਸ ਕਿਤੇ ਆਉਂਦੀ ਹੈਗੀ ਆ, ਉਹ ਸਭ ਤੋਂ ਪਹਿਲਾਂ ਇਹ ਦੇਖਦੀ ਹੈਗੀ ਆ ਕਿ ਇੱਥੋਂ ਦੀ ਜਿਹੜੀ ਲੈਂਗੁਏਜ ਹੈ, ਤੁਸੀਂ ਦੇਖੋ ਇੰਗਲਿਸ਼ ਪੀਪਲ ਜਦੋਂ ਆਏ ਨੇ ਉਹਨਾਂ ਨੇ ਆਪ ਵੀ ਸਾਡੀਆਂ ਲੈਂਗੁਏਜਸ ਸਿੱਖੀਆਂ ਤਾਂ ਕਿ ਉਹ ਐਡਮਿਨਿਸਟ੍ਰੇਸ਼ਨ ਨੂੰ ਸਿੱਖ ਸਕਣ। ਪਰ ਉਹਨਾਂ ਨੂੰ ਲੱਗਦਾ ਸੀ ਇਨ ਦੀ ਲੌਂਗ ਰਨ ਕਿ ਅਸੀਂ ਇਹਨਾਂ ਨੂੰ ਜੇ ਇਹਨਾਂ ਦੀ ਗੱਲ ਸਿਖਾ ਦਿਆਂਗੇ ਤਾਂ ਸਾਡੀ ਜਿਹੜੀ ਟ੍ਰੈਜਡੀ ਹੈ ਨਾ, ਉਹ ਮਾਂ ਬੋਲੀ ਪੰਜਾਬੀ ਦੀ ਖਾਸ ਕਰਕੇ ਜੋ ਮੈਂ ਕਹਿਣਾ ਕਿ ਉਸ ਟਾਈਮ ਤਾਂ ਸਾਡੇ ਤੇ ਫੋਰਸ ਕੀਤਾ ਗਿਆ ਸੀਗਾ ਜਦੋਂ ਈਸਟ ਇੰਡੀਆ ਕੰਪਨੀ ਆਈ ਕਿ ਸਾਡੀਆਂ ਬੋਲੀਆਂ ਸਭ ਤੋਂ ਖੋਈਆਂ ਗਈਆਂ। 47 ਤੋਂ ਬਾਅਦ ਜਿਹੜੀ ਸਾਡੀ ਟ੍ਰੈਜਡੀ ਹੈ ਕਿ ਅਸੀਂ ਵੋਲੰਟਰੀਲੀ ਆਪਣੀਆਂ ਬੋਲੀਆਂ ਛੱਡ ਰਹੇ, ਆਪ ਛੱਡਤੀਆਂ। ਅਸੀਂ ਇੰਗਲਿਸ਼ ਨੂੰ ਅਪਣਾ ਲਿਆ। 47 ਤੋਂ ਬਾਅਦ ਦੇਖੋ ਜਿਹੜੀ ਆਜ਼ਾਦੀ ਹੈ ਨਾ, ਆਜ਼ਾਦੀ ਇਕੱਲੀ ਰਾਜਨੀਤਿਕ ਨਹੀਂ ਸੀ, ਇਹ ਸਮਾਜਿਕ ਵੀ ਸੀ। ਉਸ ਦਿਨ ਸਾਡੀ ਬੋਲੀ ਵੀ ਆਜ਼ਾਦ ਹੋਈ ਸੀ। ਭਾਰਤ ਦੀਆਂ ਸਾਰੀਆਂ ਬੋਲੀਆਂ ਉਸ ਦਿਨ ਆਜ਼ਾਦ ਹੋਈਆਂ ਸੀ। ਤੇ 1956 ਦੇ ਵਿੱਚ ਜਦੋਂ ਸਟੇਟਾਂ ਬਣਾਉਣੀਆਂ ਸੀਗੀਆਂ, ਉਹ ਲੈਂਗੁਏਜ ਦੇ ਬੇਸ ਤੇ ਬਣਾਉਣੀਆਂ ਸੀ, ਜਿਹੜਾ ਕਿ ਪੰਜਾਬੀ ਸੂਬਾ ਸਾਨੂੰ 1966 ਵਿੱਚ ਮਿਲਿਆ। ਇਸ ਕਰਕੇ ਬੋਲੀ ਦੀ ਅਹਿਮੀਅਤ ਸ਼ੁਰੂ ਤੋਂ ਹੀ ਪੋਲੀਟੀਕਲ ਕਲਾਸ ਨੇ ਰੱਖੀ ਹੈ। ਜਿਹੜੀ ਪੋਲੀਟੀਕਲ ਕਲਾਸ ਰੂਲ ਕਰਦੀ ਸੀ ਉਹ ਵੀ, ਤੇ ਜਿਹੜੀ ਉਸ ਨੂੰ ਅਪੋਜ਼ ਕਰਦੀ ਸੀ। ਮੋਟਿਵ ਦੋਨਾਂ ਦਾ ਇੱਕੋ ਹੀ ਹੈ, ਅਲਟੀਮੇਟਲੀ ਉਹਨਾਂ ਨੇ ਰਾਜ ਹੀ ਕਰਨਾ। ਇੱਕ ਬਰਾੜ ਸਾਹਿਬ ਦੱਸਿਓ ਗੱਲ ਵੀ ਜਿਵੇਂ ਬੋਲੀ ਦੀ ਗੱਲ ਆਪਾਂ ਕਰਦੇ ਹਾਂ, ਮਾਂ ਬੋਲੀ ਦੇ ਰੂਪ ਵੀ ਬਦਲਦੇ ਰਹਿੰਦੇ। ਹਾਂਜੀ, ਮਾਂ ਬੋਲੀ ਕਿਉਂਕਿ ਜਿਹੜੀ ਬੋਲੀ ਆ ਇੱਕ ਵਗਦੇ ਦਰਿਆ ਵਾ। ਪੰਜਾਬੀ ਬੋਲੀ ਬਾਰੇ ਮੈਂ ਜੇ ਕਹਾਂ ਕਿ ਇਹਦਾ ਬਹੁਤ ਅਮੀਰ ਵਿਰਸਾ, ਜੋਗੀਆਂ ਦੇ ਛੰਦ, ਛੋਟੇ ਛੋਟੇ ਉਹਨਾਂ ਦੀਆਂ ਜਿਹਨਾਂ ਨੂੰ ਰਚਨਾਵਾਂ 8ਵੀਂ 9ਵੀਂ ਸਦੀ ਦੇ ਵਿੱਚ ਵੀ ਦੀਆਂ ਸਾਨੂੰ ਮਿਲਦੀਆਂ ਨੇ। ਬਾਬਾ ਫਰੀਦ ਦੀ ਤਾਂ ਬਹੁਤ ਸੋਹਣੀ ਪੰਜਾਬੀ ਹੈ, ਜਿਹੜੇ ਕਿ ਬਾਬਾ ਫਰੀਦ ਦੇ ਸ਼ਲੋਕ ਨੇ। ਫਿਰ ਗੁਰੂ ਅਰਜਨ ਪਾਤਸ਼ਾਹ ਦੇ ਟਾਈਮ ਜਦੋਂ ਕਾਫੀ ਇਸ ਨੂੰ ਸਟੈਂਡਰਡਾਈਜ਼ ਕੀਤਾ ਗਿਆ ਤਾਂ ਕਿੰਨੇ 100 ਸਾਲ ਦੀ ਇਹ ਸਾਡੀ ਇਹ ਲੈਂਗੁਏਜ ਹੈਗੀ ਆ। ਔਰ ਇਸ ਦੌਰਾਨ ਜਿਹੜਾ ਹੈਗਾ ਇਹਦੇ 'ਚ ਕਾਫੀ ਤਬਦੀਲੀਆਂ ਆਈਆਂ, ਕਿਉਂਕਿ ਜਦੋਂ ਅੰਗਰੇਜ਼ੀ ਆਈ ਤਾਂ ਪੰਜਾਬੀ ਨੇ ਬਹੁਤ ਸ਼ਬਦ ਜਿਹੜੇ ਅੰਗਰੇਜ਼ੀ ਦੇ ਅਡਾਪਟ ਕੀਤੇ। ਅਸੀਂ ਘਰਾਂ ਦੇ ਵਿੱਚ ਉਹ ਮੇਜ਼ ਨੂੰ ਟੇਬਲ ਬੋਲਣ ਲੱਗ ਗਏ, ਤੇ ਪਾਠਸ਼ਾਲਾ ਸੀ ਅਸੀਂ ਉਹਨੂੰ ਸਕੂਲ ਕਹਿਣ ਲੱਗ ਗਏ। ਤਾਂ ਅਸੀਂ ਜਿਹੜੇ ਲੈਂਗੁਏਜ ਦੇ ਮਾਹਰ ਨੇ ਉਹ ਕਹਿੰਦੇ ਕਿ ਜੇ ਬੋਲੀ ਸ਼ਬਦ ਨੂੰ ਅਡਾਪਟ ਕਰਦੀ ਹੈ ਤਾਂ ਉਹ ਉਸ ਦਾ ਅਮੀਰ ਵਿਰਸਾ ਹੈ, ਉਹਦੇ ਵਿੱਚ ਫਲੈਕਸੀਬਿਲਿਟੀ ਹੈ, ਜੋ ਅਡੈਪਟੇਸ਼ਨ ਹੈ। ਹਾਂ, ਜਿਵੇਂ ਸੰਸਕ੍ਰਿਤ ਆ ਬਹੁਤ ਸਖਤ ਲੈਂਗੁਏਜ ਆ ਪਰ ਬੜੀ ਰਿਚ ਹੈ, ਉਹਦੇ 'ਚ ਇਹ ਫਲੈਕਸੀਬਿਲਿਟੀ ਨਹੀਂ ਹੈ, ਉਨੀ ਅਡਾਪਟੇਬਿਲਿਟੀ ਨਹੀਂ ਹੈ। ਬਾਕੀ ਜਿਹੜੀਆਂ ਲੋਕਾਂ ਦੀਆਂ ਭਾਸ਼ਾਵਾਂ ਹੁੰਦੀਆਂ ਨਾ ਉਹ ਹਮੇਸ਼ਾ ਅਮੀਰ ਹੁੰਦੀਆਂ ਨੇ। ਉਹ ਸੰਸਕ੍ਰਿਤ ਲੋਕਾਂ ਦੀ ਭਾਸ਼ਾ ਨਹੀਂ ਨਾ, ਸੰਸਕ੍ਰਿਤ ਤੇ ਵਿਦਵਾਨਾਂ ਦੀ ਭਾਸ਼ਾ, ਪੰਡਤਾਂ ਦੀ ਭਾਸ਼ਾ ਕਹੀ ਜਾਂਦੀ। ਇਸ ਕਰਕੇ ਜਿਹੜੀ ਹੈਗੀ ਆ ਉਹ ਜ਼ਿਆਦਾ ਪਪੂਲਰ ਨਹੀਂ ਹੋ ਸਕਦੀ। ਜਦੋਂ ਭਾਸ਼ਾਵਾਂ ਦੀ ਗੱਲ ਚੱਲੀ ਨਾ ਜੀ ਤੇ ਮਾਂ ਬੋਲੀ ਦੀ ਗੱਲ ਚੱਲੀ ਤੇ ਮਹਾਤਮਾ ਬੁੱਧ ਪਹਿਲੇ ਹੋਏ ਵਿਅਕਤੀ, ਮਹਾਂਪੁਰਸ਼ ਹੋਏ ਜਿਨ੍ਹਾਂ ਨੇ ਪਾਲੀ ਭਾਸ਼ਾ ਦੇ ਵਿੱਚ ਪ੍ਰਚਾਰ ਕੀਤਾ। ਪਾਲੀ ਭਾਸ਼ਾ ਅਸਲ 'ਚ ਆਮ ਸਧਾਰਨ ਲੋਕਾਂ ਦੀ ਭਾਸ਼ਾ ਸੀਗੀ, ਬਹੁਤ ਬੇਸਿਕ ਮੁੱਢਲੇ ਪੱਧਰ ਦੇ ਲੋਕ ਜਿਹੜੇ ਜਿਨ੍ਹਾਂ ਕੋਲ ਸੁੱਖ ਸਹੂਲਤਾਂ ਦੀ ਬਹੁਤ ਵੱਡੀ ਘਾਟ ਹੁੰਦੀ ਸੀ, ਜਾਂ ਉਹਨਾਂ ਨੂੰ ਕਦੇ ਸੁਪਨੇ 'ਚ ਸੋਚਿਆ ਹੀ ਨਹੀਂ ਸੀ ਕਿ ਸਾਨੂੰ ਵੀ ਸੁੱਖ ਚਾਹੀਦਾ ਕੋਈ, ਜਾਂ ਸਾਡੀਆਂ ਆਹ ਤਕਲੀਫਾਂ ਨਹੀਂ ਹੋਣੀਆਂ ਚਾਹੀਦੀਆਂ, ਉਹਨਾਂ ਦੀ ਭਾਸ਼ਾ ਪਾਲੀ ਸੀ ਜੀ। ਔਰ ਪਾਲੀ ਭਾਸ਼ਾ ਦੇ ਵਿੱਚ ਉਹਨਾਂ ਨੇ ਪ੍ਰਚਾਰ ਕੀਤਾ ਤੇ ਉਹ ਪਪੂਲਰ ਵੀ ਹੋਏ। ਪਾਲੀ ਭਾਸ਼ਾ ਦਾ ਬਹੁਤਾ ਜਿਹੜਾ ਨੇੜਲਾ ਸੰਬੰਧ ਪੰਜਾਬੀ ਨਾਲ ਵੀ ਰਿਹਾ, ਠੀਕ ਹੈ ਜੀ। ਇਸ ਤਰੀਕੇ ਦਾ ਜਿੰਨਾ ਕੁ ਮੈਂ ਪੜ੍ਹਿਆ ਸੁਣਿਆ ਹੈਗਾ ਉਹ ਇਹ ਸੀਗਾ। ਹੁਣ ਗੱਲ ਫਿਰ ਉੱਥੇ ਆਉਂਦੀ ਜੀ ਮਾਂ ਬੋਲੀ ਦੀ ਗੱਲ। ਅਸਲ 'ਚ ਦੇਖੋ ਜਿਹੜੇ ਲੋਕ ਪਿੰਡਾਂ 'ਚ ਰਹਿੰਦੇ ਆ, ਪੰਜਾਬੀ ਬਾਰੇ ਇੱਕ ਗੱਲ ਬੜੀ ਕਹਾਵਤ ਆ ਤੇ ਬੜੀ ਦੁਖਦਾਇਕ ਵੀ ਹੈ ਕਿ ਪੰਜਾਬੀ ਬੋਲਣ ਵਾਲਿਆਂ ਨੂੰ ਗਵਾਰਾਂ ਦੀ ਬੋਲੀ ਕਿਹਾ ਜਾਂਦਾ। ਇਹ ਜਿਹੜੀ ਗੱਲ ਜਾਇਜ਼ ਨਹੀਂ ਹੈ। ਪੰਜਾਬੀ ਤਾਂ ਗੁਰੂਆਂ ਨੇ, ਪੀਰਾਂ ਨੇ, ਪੈਗੰਬਰਾਂ ਨੇ, ਤੁਸੀਂ ਬਾਬੇ ਫਰੀਦ ਦਾ ਨਾਂ ਲਿਆ, ਔਰ ਉਹਨਾਂ ਨੇ ਪੰਜਾਬੀ ਸਾਰਾ ਜਿਹੜਾ ਲਿਟਰੇਚਰ ਆਪਦਾ ਉਹ ਪੰਜਾਬੀ ਭਾਸ਼ਾ ਦੇ ਵਿੱਚ ਹੀ ਉਹਨਾਂ ਦਾ ਹੈਗਾ। ਉਹ ਲਿਪੀ ਹੋਣਾ ਹੋਰ ਗੱਲ ਹੈ,
ਲਿਪੀ ਤਾਂ ਪੰਜਾਬੀ ਹੈ ਹੀ ਕੋਈ ਨਹੀਂ, ਗੁਰਮੁਖੀ ਹੈ ਸਭ। ਠੀਕ ਹੈ ਜੀ। ਉਰਦੂ ਵਿੱਚ ਵੀ ਜਿਹੜੇ ਹੁਣ ਪਾਕਿਸਤਾਨ ਦੇ ਲੋਕ ਲਿਖਦੇ ਉਹ ਪਾਕਿਸਤਾਨ ਪੰਜਾਬ ਜਿਹੜਾ ਵਾ ਉਹ ਉਰਦੂ ਵਿੱਚ ਲਿਖਦੇ, ਲਿਪੀ ਉਰਦੂ ਪਰ ਬੋਲਦੇ ਪੰਜਾਬੀ। ਉਹ ਬਹੁਤ ਸੋਹਣੀ ਪੰਜਾਬੀ ਬੋਲਦੇ, ਸਾਡੇ ਨਾਲੋਂ ਮਿੱਠੀ ਪੰਜਾਬੀ ਬੋਲਦੇ। ਉਹਨਾਂ ਦੀ ਅਡੈਪਟੇਬਿਲਿਟੀ ਦੇਖੀ ਜਾਵੇ ਤਾਂ ਉਹ ਸਾਨੂੰ ਲੱਗਦਾ ਹੁੰਦਾ ਕਿ ਅਸੀਂ ਕਿਸੇ ਹੋਰ ਪੰਜਾਬ 'ਚ ਵਸੀ ਜਾਂਦੇ ਹਾਂ, ਅਸਲੀ ਪੰਜਾਬ ਦਾ ਉਹ। ਬਿਲਕੁਲ ਠੀਕ ਗੱਲ ਹੈ, ਇੰਨੀ ਵਧੀਆ ਪੰਜਾਬੀ ਉਹ ਬੋਲਦੇ। ਹੁਣ ਮੈਂ ਜਿਹੜੀ ਗੱਲ ਲੱਗਾ ਸੀ ਕਰਨ ਜੀ, ਵੀ ਪਿੰਡਾਂ ਦੇ ਵਿੱਚ ਜਿਹੜੀ ਮਾਂ ਹੈਗੀ ਉਹ ਆਪਣੇ ਬੱਚੇ ਨੂੰ ਜਦੋਂ ਸਾਦ ਮੁਰਾਦੀ ਭਾਸ਼ਾ ਦੇ ਵਿੱਚ ਗੱਲ ਕਰਦੀ ਆ, ਉਹਨੂੰ ਪਤਿਆਉਂਦੀ ਆ, ਲੋਰੀਆਂ ਦਿੰਦੀ, ਕਹਾਣੀਆਂ ਸੁਣਾਉਂਦੀ ਆ, ਉਹ ਭਾਸ਼ਾ ਹੋਰ ਹੈ। ਜਦੋਂ ਸ਼ਹਿਰ 'ਚ ਆ ਜਾਂਦੀ ਹੈ, ਠੀਕ ਹੈ ਜੀ, ਪਿੰਡੋਂ ਉੱਠ ਕੇ ਸ਼ਹਿਰ 'ਚ ਕੰਮ ਕਰ ਲਈ ਜਾਂ ਕਿਸੇ ਵਜ੍ਹਾ ਕਰ ਲਈ ਸ਼ਹਿਰ 'ਚ ਆ ਜਾਂਦੀ, ਉਹਦੀ ਭਾਸ਼ਾ ਬਦਲ ਜਾਂਦੀ, ਉਹਦੀ ਬੋਲੀ ਬਦਲ ਜਾਂਦੀ। ਦਰਅਸਲ ਨਾ ਜਿਹੜੀ ਲੈਂਗੁਏਜ ਹੈ ਇਹ ਮਨੁੱਖ ਦੇ ਸੁਭਾਅ ਦੇ ਨਾਲ ਅੱਗੇ ਪਿੱਛੇ ਹੁੰਦੀ ਹੈ। ਜਦੋਂ ਮਾਂ ਲੋਰੀਆਂ ਦਿੰਦੀ ਹੈਗੀ ਆ, ਮਾਂ ਨੇ ਆਪਦੇ ਆਲੇ ਦੁਆਲੇ ਤੋਂ ਜੋ ਕੁਝ ਸਿੱਖਿਆ ਹੈਗਾ, ਉਹਨੇ ਪੜ੍ਹਿਆ ਨਹੀਂ ਹੈਗਾ, ਉਹਨੇ ਸਿੱਖਿਆ ਹੈਗਾ। ਇਨਫਾਰਮਲ ਐਜੂਕੇਸ਼ਨ 'ਚ ਜਿਹੜੀ ਲੈਂਗੁਏਜ ਸਿੱਖੀ, ਕੋਈ ਯੂਨੀਵਰਸਿਟੀਆਂ 'ਚ ਥੋੜੀ ਪੜ੍ਹੀ ਗਈ। ਦੂਸਰੀ ਹੁੰਦੀ ਹੈ ਫਾਰਮਲ ਐਜੂਕੇਸ਼ਨ। ਜਦੋਂ ਬੰਦਾ ਸ਼ਹਿਰਾਂ 'ਚ ਆ ਜਾਂਦਾ, ਕਾਲਜਾਂ 'ਚ ਚਲਿਆ ਜਾਂਦਾ, ਯੂਨੀਵਰਸਿਟੀਆਂ 'ਚ ਚਲਿਆ ਜਾਂਦਾ, ਤਾਂ ਇੱਕ ਫਾਰਮਲ ਐਜੂਕੇਸ਼ਨ ਹੈ। ਉਹ ਫਾਰਮਲ ਐਜੂਕੇਸ਼ਨ ਦੀ ਲੈਂਗੁਏਜ ਜਿਹੜੀ ਹੈਗੀ ਆ ਆਮ ਬੋਲੀ ਨਾਲੋਂ ਵੱਖਰੀ ਹੁੰਦੀ ਹੈ, ਫਰਕ ਹੁੰਦਾ ਹੈਗਾ। ਪਰ ਜਿਹੜੀ ਤੁਸੀਂ ਗੱਲ ਕਹੀ ਨਾ ਵੀ ਪੰਜਾਬੀ ਗਵਾਰਾਂ ਵਾਲੀ ਭਾਸ਼ਾ ਹੈਗੀ ਆ, ਮੈਂ ਇਹਦੇ ਨਾਲ ਬਿਲਕੁਲ ਸਹਿਮਤ ਨਹੀਂ ਹੈਗਾ। ਨਹੀਂ, ਲੋਕ ਕਹਿੰਦੇ, ਮੈਂ ਤਾਂ ਕਹਿੰਦਾ ਕਿ ਪੰਜਾਬੀ ਇੰਨੀ ਵਧੀਆ ਭਾਸ਼ਾ, ਪੰਜਾਬੀ ਜਿਹੜੀ ਹੈਗੀ ਆ ਇਹ ਬਹੁਤ ਖੂਬਸੂਰਤ ਭਾਸ਼ਾ ਹੈ। ਔਰ ਇਹਦੇ ਵਿੱਚ ਜਿੰਨੀਆਂ ਧੁਨੀਆਂ ਨੇ, ਇਹਦੇ ਜਿਵੇਂ 10 ਲਗਾ ਮਾਤਰਾ ਨੇ, 3 ਲਗਾਖਰ ਨੇ, ਅਦਕ ਹੈ, ਬਿੰਦੀ ਹੈ, ਟਿੱਪੀ ਹੈ। ਇਹ ਚੀਜ਼ਾਂ ਜਿਹੜੀਆਂ ਇਸ ਦੀ ਖੂਬਸੂਰਤੀ ਜਿਹੜੀ ਤੁਹਾਡੇ ਮਨ ਵਿੱਚ ਧੁਨੀ ਹੈ ਉਸ ਨੂੰ ਪ੍ਰਗਟ ਕਰਦੀਆਂ ਨੇ। ਜਿਵੇਂ ਰਾੜਾ ਅੱਖਰ ਹੈਗਾ, ਬਹੁਤ ਖੂਬਸੂਰਤ ਹੈ, ਕਿਸੇ ਲੈਂਗੁਏਜ 'ਚ ਨਹੀਂ ਮਿਲਦਾ ਹੈ। ਸੱਸੇ ਪੈਰ ਬਿੰਦੀ ਹੈਗੀ ਆ, ਸ਼ਾ ਬੋਲਣਾ ਤੁਸੀਂ, ਇਹ ਅਮੀਰਤ ਹੁੰਦੀ ਹੈ ਕਿ ਤੁਹਾਡੀ ਬਰੀਕ ਤੋਂ ਬਰੀਕ ਜਿਹੜੀ ਧੁਨੀ ਹੈ ਉਸ ਨੂੰ ਤੁਹਾਡੇ ਸ਼ਬਦ ਜਿਹੜੇ ਆ ਐਕਸਪ੍ਰੈਸ ਕਰ ਸਕਣ। ਜਿੰਨੇ ਪੁਰਾਣੇ ਕਿੱਸਾਕਾਰ ਸੀਗੇ, ਸਾਹਿਤਕਾਰ ਸੀਗੇ, ਉਹਨਾਂ ਨੇ ਆਮ ਲੋਕਾਂ ਦੀ ਬੋਲੀ ਵਿੱਚ ਲਿਖਿਆ। ਠੀਕ ਹੈ, ਤਾਂ ਹੀ ਪੜ੍ਹੇ ਗਏ ਉਹ। ਦੇਖੋ ਸਾਹਿਬਾ ਕਿਹੜਾ ਪਦਮਨੀ, ਸਿੰਪਲ ਲੈਂਗੁਏਜ ਦੇ ਵਿੱਚ, ਰਾਂਝਾ ਰਾਂਝਾ ਕਰਦੀ ਨਹੀਂ ਮੈਂ ਆਪੇ ਰਾਂਝਾ ਹੋਈ, ਸਿੰਪਲ ਲੈਂਗੁਏਜ ਵਿੱਚ। ਬੁੱਲੇ ਨਾਲੋਂ ਚੁੱਲ੍ਹਾ ਚੰਗਾ, ਜਿਸ ਪਰ ਤਾਮ ਪਕਾਈ ਦਾ। ਤਾਂ ਜਿਹੜੇ ਇਹ ਲੋਕ ਸੀਗੇ ਨਾ, ਇਹ ਐਕਚੁਅਲੀ ਆਮ ਲੋਕਾਂ ਦੇ ਗੁਰੂ ਪੀਰ ਸੀਗੇ। ਠੀਕ ਹੈ। ਤਾਂ ਉਹਨਾਂ ਨੂੰ ਲੱਗਦਾ ਸੀ ਕਿ ਆਮ ਲੋਕਾਂ ਦੀ ਬੋਲੀ ਦੇ ਵਿੱਚ ਉਹ ਉੱਥੋਂ ਦੇ ਬਿੰਬ ਲੈਣੇ, ਉੱਥੋਂ ਦੇ ਚਿੰਨ੍ਹ ਲੈਣੇ, ਉੱਥੋਂ ਦੇ ਸਿੰਬਲਸ ਲੈਣੇ, ਉੱਥੋਂ ਦੀਆਂ ਗੱਲਾਂ। ਹੁਣ ਦੇਖੋ ਇਸ਼ਕ ਸ਼ਬਦ ਹੈਗਾ, ਬਹੁਤ ਵਰਤਿਆ ਗਿਆ, ਸਾਰੀ ਲੈਂਗੁਏਜ ਦੇ ਵਿੱਚ ਵਰਤਿਆ ਹੋਇਆ ਹੈਗਾ, ਔਰ ਅੱਜ ਤੱਕ ਇਹ ਅਮਰ ਸ਼ਬਦ ਹੈ। ਇਹਨੂੰ ਚੇਂਜ ਵੀ ਨਹੀਂ ਕਰ ਸਕਦਾ, ਚੇਂਜ ਨਹੀਂ ਕਰ ਸਕਦਾ। ਤੁਸੀਂ ਕਿੰਨਾ ਇਹਦੀ ਥਾਂ ਤੇ ਲਵ ਸਬਸਟੀਚਿਊਟ ਕਰੋ, ਪਰ ਜੋ ਇਸ਼ਕ ਹੈ, ਈਵਨ ਸੂਫੀਆਂ ਨੇ ਵੀ ਮੁਹੱਬਤ ਦੀ ਥਾਂ ਤੇ ਇਸ਼ਕ ਸ਼ਬਦ ਵਰਤਿਆ। ਇਸ਼ਕ ਨਹੀਂ, ਇਸ਼ਕ ਦਾ ਮਤਲਬ ਪਿਆਰ ਨਹੀਂ ਹੁੰਦਾ, ਪਿਆਰ ਹੋਰ ਚੀਜ਼ ਹੈ। ਇਹ ਪ੍ਰੋਫੈਸਰ ਜਿਹੜੀ ਗੱਲ ਚਿੰਤਾ ਵਾਲੀ ਜਿਹੜੀ ਹੈਗੀ ਆ ਉਹ ਇਹ ਹੈ ਕਿ ਮਾਂ ਬੋਲੀ ਜਿਹੜੀ ਇੰਪੋਰਟੈਂਸ ਨੂੰ ਸਮਝਣ ਦੇ ਬਾਵਜੂਦ ਵੀ ਸਾਡੇ ਸਮਾਜ ਨੇ ਇਹਦੇ ਲਈ ਕੋਈ ਬਹੁਤੇ ਸ਼ਾਨਾ ਮੱਤਾ ਇਤਿਹਾਸ ਨਹੀਂ ਰਚਿਆ। ਸਾਡਾ ਕੋਈ, ਅਸੀਂ ਕਹਿ ਨਹੀਂ ਸਕਦੇ ਕਿ ਅਸੀਂ ਮਾਂ ਬੋਲੀ ਵਾਸਤੇ ਕੋਈ ਬਹੁਤ ਵੱਡਾ ਕਦਮ ਚੁੱਕ ਲਿਆ, ਸਾਡੀ ਕੋਈ ਬਹੁਤ ਵੱਡੀ ਪ੍ਰਾਪਤੀ ਹੈਗੀ ਆ। ਯੂਨੀਵਰਸਿਟੀਆਂ ਵੀ ਹੈਗੀਆਂ, ਕਾਲਜ ਵੀ ਹੈਗੇ, ਸਗੋਂ ਉੱਥੇ ਮੈਂ ਇਹ ਮਹਿਸੂਸ ਕੀਤਾ ਕਿ ਯੂਨੀਵਰਸਿਟੀਆਂ ਦੇ ਜਿਹੜੇ ਵਿਦਵਾਨ ਆ ਉਹ ਇੱਦਾਂ ਦੇ ਲਫ਼ਜ਼ ਵਿੱਚ ਘੁਸੇੜ ਦਿੱਤੇ ਉਹਨਾਂ ਨੇ, ਉਹ ਪਤਾ ਨਹੀਂ ਕਿੱਥੋਂ ਕੱਢ ਕੇ ਲੈਂਦੇ। ਉਹ ਸਗੋਂ ਤੁਹਾਨੂੰ ਲੱਗਦਾ ਕਿ ਤਾਂ ਭਾਰਾ ਭਾਰਾ ਜਿਹਾ ਕੰਮ ਹੋ ਗਿਆ। ਅਸੀਂ ਤਾਂ ਸਿੱਧੀ ਸਾਦੀ ਭਾਸ਼ਾ ਬੋਲਣ ਵਾਲੇ ਬੰਦੇ। ਪ੍ਰਯੋਗ ਹੋਇਆ ਇਸ ਕਿਸਮ ਦਾ, ਹਾਂਜੀ, ਕਿ ਬਹੁਤ ਸ਼ਬਦ ਸੰਸਕ੍ਰਿਤ ਦੇ ਵਿੱਚੋਂ ਲੈ ਕੇ ਉਹਨਾਂ ਨੂੰ ਤਤਸਮ ਰੂਪ ਵਿੱਚ ਹੀ, ਜਿਵੇਂ ਕਿ ਸੰਸਕ੍ਰਿਤ ਚ ਬੋਲੇ ਜਾਂਦੇ ਨੇ, ਉਹਨਾਂ ਨੂੰ ਇਵੇਂ ਇੱਥੇ ਅਡਾਪਟ ਕੀਤਾ ਜਾਵੇ। ਇੱਕ ਕਲਾਸ ਆਫ ਥਾਟ ਸੀਗਾ ਲਿਟਰੇਚਰ ਦੇ ਵਿੱਚ, ਜਿਹੜੇ ਰਾਈਟਰ ਸੀਗੇ, ਪਰ ਉਹ ਬੜਾ ਟਾਈਮ ਚੱਲਿਆ ਕਿਉਂਕਿ ਲੋਕਾਂ ਨੇ ਉਹਨੂੰ ਐਕਸੈਪਟ ਨਹੀਂ ਕੀਤਾ। ਨਹੀਂ, ਪਰ ਉਹ ਜਿਹੜਾ ਅਕਾਦਮਿਕ ਲੈਵਲ ਤੇ ਹੈ ਨਾ ਜੀ, ਯੂਨੀਵਰਸਿਟੀਆਂ ਕਾਲਜਾਂ ਦੇ ਲੈਵਲ ਤੇ, ਉਹਨਾਂ ਨੇ ਆਪਦਾ ਐਡਾ ਜ਼ਿਆਦਾ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ, ਪਾਇਆ ਵੀ ਹੋਇਆ। ਉਹ ਸਮਝਦੇ ਆ ਕਿ ਜੇ ਅਸੀਂ ਇਹ ਸ਼ਬਦ ਆਪਦੇ ਬੋਲ ਚਾਲ ਵਿੱਚ ਵੀ ਨਾ ਵਰਤੇ ਤੇ ਸਾਨੂੰ ਤਾਂ ਕਿਸੇ ਨੇ ਵਿਦਵਾਨ ਕਹਿਣਾ ਹੀ ਨਹੀਂ, ਸਾਨੂੰ ਤਾਂ ਕਿਸੇ ਨੇ ਪ੍ਰੋਫੈਸਰ ਡਾਕਟਰ ਕਹਿਣਾ ਹੀ ਨਹੀਂ, ਕਹਿਣਾ ਹੀ ਨਹੀਂ ਕਿਸੇ ਨੇ। ਮੇਰਾ ਬਾਹਰ ਪਿਆ ਜੀ, ਮੈਂ ਜਦੋਂ ਅਖਬਾਰ ਵਿੱਚ ਸਬ ਐਡੀਟਰ ਸੀ ਤੇ ਮੇਰੀ ਕੋਸ਼ਿਸ਼ ਹੁੰਦੀ ਸੀਗੀ ਕਿ
ਜਿਹੜੀ ਖਬਰ ਨੂੰ ਬਣਾਇਆ ਜਾਵੇ ਉਹ 'ਚ ਇੰਨੀ ਸਾਦਗੀ ਹੋਵੇ ਕਿ ਆਮ ਸਧਾਰਨ ਵਿਅਕਤੀ ਵੀ ਉਸ ਗੱਲ ਨੂੰ ਸਮਝ ਸਕੇ। ਕਿਉਂਕਿ ਪੰਜਾਬੀ ਦੀ ਅਖਬਾਰ ਹੈ, ਤੇ ਤੁਸੀਂ ਪੰਜਾਬੀ ਦੀ ਅਖਬਾਰ ਉਹਨੂੰ ਪੰਜਾਬੀ ਦੇ ਪਾਠਕ ਨਾ ਸਮਝ ਸਕਣਗੇ ਤੁਹਾਡੇ ਲਿਖੇ ਨੂੰ, ਤੇ ਹੋਰ ਫਿਰ ਦੂਜਾ ਕੌਣ ਸਮਝ? ਉਹਨੂੰ ਡਿਕਸ਼ਨਰੀ ਥੋੜੀ ਲੋੜ ਹੈ। ਬਿਲਕੁਲ ਪੰਜਾਬੀ ਦਾ ਲਫ਼ਜ਼ ਸਮਝਣ ਵਾਸਤੇ, ਅਰਥ ਸਮਝਣ ਲਈ ਉਹਨੂੰ ਫਿਰ ਡਿਕਸ਼ਨਰੀ ਖੋਲਣੀ ਪਵੇ। ਇਹ ਤਾਂ ਨਹੀਂ ਹੋਣਾ ਚਾਹੀਦਾ। ਜਾਂ ਟੈਲੀਫੋਨ ਕਰਕੇ ਕਿਸੇ ਨੂੰ ਪੁੱਛਣਾ ਪਵੇ। ਟੈਲੀਫੋਨ ਕਰਕੇ ਪੁੱਛਣਾ ਪਵੇ। ਪਰ ਜਿਹੜੇ ਉੱਥੇ ਸਾਡੇ ਲੇਖਕ ਆਉਂਦੇ ਸੀਗੇ ਆਪਦੀਆਂ ਰਚਨਾਵਾਂ ਛਪਵਾਉਣ ਦੇ ਲਈ, ਸਾਨੂੰ ਉਹਨਾਂ ਨੂੰ ਕਹਿਣਾ ਪੈਂਦਾ ਸੀ, ਉਹ ਯਾਰ ਇਹ ਲਫ਼ਜ਼ ਤੁਸੀਂ ਕਿੱਥੋਂ ਲਿਆਂਦਾ ਲੱਭ ਕੇ, ਇਹ ਪੰਜਾਬੀ ਦਾ ਹੈ ਨਹੀਂ, ਸਾਡੇ ਗਿਆਨ ਮੁਤਾਬਕ ਇਹ ਪੰਜਾਬੀ ਦਾ ਲਫ਼ਜ਼ ਹੈ ਨਹੀਂ। ਪਰ ਉਹ ਕਿਉਂਕਿ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਸੀ, ਕਾਲਜਾਂ ਦੇ ਪ੍ਰੋਫੈਸਰ ਸੀ, ਉਹ ਅਖੌਤੀ ਵਿਦਵਾਨ ਸੀ, ਉਹ ਇਸ ਗੱਲ ਦਾ ਸਾਡੇ ਤੇ ਬੋਝ ਠੋਸਦੇ ਸੀ ਕਿ ਅਸਲ 'ਚ ਤੁਸੀਂ ਅਖਬਾਰਾਂ ਦੇ ਐਡੀਟਰ ਤਾਂ ਹੈਗੇ, ਤੁਹਾਨੂੰ ਉਹ ਸਮਝ ਹੀ ਨਹੀਂ ਜਿਹੜੀ ਸਾਨੂੰ ਸਮਝ ਹੈਗੀ। ਨਹੀਂ, ਤੁਹਾਡੀ ਇਹ ਬਿਲਕੁਲ ਠੀਕ ਹੈ ਕਿ ਜਦੋਂ ਲਿਟਰੇਚਰ ਦੇ ਟੀਚਰ ਆਏ ਨੇ ਪੋਸਟ ਗ੍ਰੈਜੂਏਟ ਕਲਾਸਿਸ ਦੇ ਵਿੱਚ, ਮੇਰੇ ਟੀਚਰ ਨੇ ਸਰਦਾਰ ਗੁਰਦਿਆਲ ਸਿੰਘ ਨਾਵਲਿਸਟ, ਜਿਨ੍ਹਾਂ ਨੇ ਮੜੀ ਦਾ ਦੀਵਾ ਲਿਖਿਆ, ਜੱਤੋਂ ਵਾਲੇ। ਮੈਂ ਉਹਨਾਂ ਕੋਲ ਪੜ੍ਹਿਆ। ਉਹ ਬਹੁਤ ਹੀ ਸਰਲ ਭਾਸ਼ਾ ਵਿੱਚ ਲਿਖਦੇ ਸੀ। ਮੈਨੂੰ ਕ੍ਰਿਟਿਸਿਜ਼ਮ ਪੜ੍ਹਾਉਂਦੇ ਸੀਗੇ ਪ੍ਰੋਫੈਸਰ ਵਿਨੋਦ। ਬਹੁਤ ਔਖਾ ਸੀ ਉਹਨਾਂ ਨੂੰ ਸਮਝਣਾ ਕਿ ਉਹਨਾਂ ਦੀ ਨੌਲੇਜ ਇੰਨੀ ਵਾਸਟ ਸੀਗੀ, ਉਹ ਸੰਸਕ੍ਰਿਤ ਵੀ ਜਾਣਦੇ ਸੀਗੇ। ਤੋ ਇੱਕ ਸਕੂਲ ਆਫ ਥਾਟ ਸੀਗਾ ਜਿਹੜਾ ਕਿ ਬਹੁਤ ਹੀ ਡਿਫਿਕਲਟ ਸੀ ਅੰਡਰਸਟੈਂਡ ਕਰਨਾ। ਤੋ ਜਿਹੜਾ ਰਿਸਰਚਰ ਹੁੰਦਾ ਨਾ, ਉਹਦੀ ਇੱਕ ਲਿਬਰਟੀ ਹੁੰਦੀ ਹੈਗੀ ਆ ਵੀ ਉਹਨੇ ਕਿੰਨਾ ਪੜ੍ਹਨਾ, ਉਹਨੇ ਕਿੰਨਾ ਲਿਖਣਾ। ਪਰ ਮਾਂ ਬੋਲੀ ਜਦੋਂ ਅਸੀਂ ਅਹਿਮੀਅਤ ਦੀ ਗੱਲ ਕਰਦੇ ਆ ਨਾ, ਉਦੋਂ ਅਸੀਂ ਸਧਾਰਨ ਮਾਂ ਬੋਲੀ ਦੀ ਗੱਲ ਕਰਦੇ ਹਾਂ। ਮੈਨੂੰ ਲੱਗਦਾ ਕਿ ਜੀ ਜਦੋਂ ਅਸੀਂ ਜਿਹੜੀ ਭਾਸ਼ਾ ਵੀ ਅਸੀਂ ਬੋਲਦੇ ਹਾਂ, ਜਿਹਨੂੰ ਅਸੀਂ ਮਾਂ ਬੋਲੀ ਕਹਿੰਦੇ, ਲਿਖਣਾ ਵੀ ਉਸੇ ਭਾਸ਼ਾ 'ਚ ਚਾਹੀਦਾ। ਦੇਖੋ, ਇਹ ਬੰਧਨ ਤਾਂ ਨਹੀਂ ਲਾਇਆ ਜਾ ਸਕਦਾ ਲਿਖਣ ਵਾਲੇ ਦੀ, ਇੱਕ ਤਰ੍ਹਾਂ ਦਾ ਰਾਈਟ ਹੈਗਾ ਕਿ ਉਹਨੇ ਲਿਖਣਾ। ਵੇਗ ਉਹੀ ਹੋਵੇ ਨਾ, ਵੇਗ ਉਹਦਾ ਵਹਾਅ ਉਹੀ ਹੋਣਾ ਚਾਹੀਦਾ, ਵੇਗ ਹੋਣਾ। ਹੁਣ ਅਸੀਂ ਬੋਲਣ ਲੱਗਿਆ ਤਾਂ ਬੜੇ ਉਹਦੇ ਤੁਹਾਡੇ ਇੱਕ ਚੋਇਸ ਹੈ, ਜੇ ਕੋਈ ਡਿਫਿਕਲਟ ਹੈ ਤੇ ਤੁਸੀਂ ਨਹੀਂ ਬੋਲਣ ਲੱਗਿਆ ਤਾਂ ਅਸੀਂ ਲਿਬਰਟੀ ਲੈਂਦੇ ਕਿ ਅਸੀਂ ਜੋ ਮਰਜ਼ੀ ਬੋਲਦੇ ਹਾਂ। ਲਿਖਣ ਲੱਗਿਆ ਅਸੀਂ ਸੰਕੋਚ ਜੇ ਵਾਲੇ ਪਾਸੇ ਆਏ ਨਹੀਂ, ਯਾਰ ਗੱਲ ਲਿਖਣੀ ਚਾਹੀਦੀ ਨਹੀਂ ਲਿਖਣੀ। ਬਲਵੰਤ ਕਰਕੇ ਇੱਕ ਹੋਇਆ ਜੀ, ਰਾਈਟ? ਹਾਂ, ਬਿਲਕੁਲ ਹੋਏ ਨੇ। ਮੈਂ 100% ਉਹਦੇ ਨਾਲ ਸਹਿਮਤ ਹਾਂ। ਉਹ ਇਹ ਗੱਲ ਉਹਦੀ ਆ ਜਿਹੜੀ ਮੈਂ ਕੋਟ ਕੀਤੀ। ਉਹ ਕਹਿੰਦਾ ਜੋ ਤੁਸੀਂ ਬੋਲਦੇ ਹੋ ਲਿਖਦੇ ਕਿਉਂ ਨਹੀਂ? ਖੁਸ਼ਵੰਤ ਸਿੰਘ ਆ, ਜੋ ਉਹਨੇ ਬੋਲਿਆ ਉਹੀ ਲਿਖਿਆ ਉਹਨੇ। ਠੀਕ ਹੈ ਜੀ। ਇਹ ਨਾਨਕ ਸਿੰਘ ਬਾਰੇ ਤੁਸੀਂ ਇਦਾਂ ਕਹਿ ਸਕਦੇ, ਜਸਵੰਤ ਸਿੰਘ ਕਮਲ ਬਾਰੇ ਵੀ ਇਦਾਂ ਕਹਿ ਸਕਦੇ, ਗੁਰਦਿਆਲ ਸਿੰਘ ਮੜੀ ਦੀਵੇ ਬਾਰੇ ਵੀ ਕਹਿ ਸਕਦੇ, ਰਾਮ ਸਰੂਪ ਅਣਖੀ ਬਾਰੇ ਵੀ ਕਹਿ ਸਕਦੇ। ਨਾਨਕ ਸਿੰਘ ਜੀ ਨੇ ਬਹੁਤ ਨਾਵਲ ਜਿਹੜੇ ਸੀ ਸਧਾਰਨ ਲੈਂਗੁਏਜ ਵਿੱਚ ਲਿਖੇ ਸੀ। ਇੱਕ ਟਾਈਮ ਸੀਗਾ ਜਦੋਂ ਕਿ ਨਾ ਰੋਮਾਂਟਿਕ ਲਹਿਰ ਸੀਗੀ, ਜਿਹੜੀ ਰੋਮਾਂਟਿਕ ਲਹਿਰ ਦੇ ਵਿੱਚ ਤਕਰੀਬਨ ਜਿਹੜਾ ਹੈਗਾ ਉਹ ਸੌਖਾ ਲਿਖਿਆ ਗਿਆ। ਜਦੋਂ ਇਹ ਪਦਾਰਥਵਾਦੀ, ਪ੍ਰਗਤੀਵਾਦੀ ਤੇ ਪ੍ਰਯੋਗਵਾਦੀ ਲਹਿਰ ਆਈ ਹੈ ਨਾ ਲਿਟਰੇਚਰ ਦੇ ਵਿੱਚ, ਉਦੋਂ ਇਹ ਸਾਰੀਆਂ ਚੇਂਜਸ ਹੋਈਆਂ ਨੇ। ਮੈਨੂੰ ਤੁਹਾਨੂੰ ਕੀ ਲੱਗਦਾ, ਮੇਰਾ ਕੁਐਸਚਨ ਜਿਹੜਾ ਸੀ ਅਸਲ 'ਚ ਉਹੀ ਸੀਗਾ ਕਿ ਇਹਨਾਂ ਗੱਲਾਂ ਨੇ ਮਾਂ ਬੋਲੀ ਜਿਹੜੀ ਹੈਗੀ ਆ ਉਹਦੇ ਵਿੱਚ ਰੌਲਕ ਝੋਲਾ ਨਹੀਂ ਖੜਾ ਕੀਤਾ? ਤੁਸੀਂ ਇਸ ਨੂੰ ਇਸ ਐਂਗਲ ਤੋਂ ਲੈਂਦੇ, ਮੈਂ ਇਸ ਨੂੰ ਡਿਫਰੈਂਟ ਐਂਗਲ ਤੋਂ ਲੈਣਾ। ਕਿਉਂਕਿ ਜਿਹੜਾ ਸਾਹਿਤ ਆ ਨਾ, ਇਹ ਵਰਲਡ ਦੇ ਨਾਲ ਜੁੜਿਆ ਹੁੰਦਾ। ਜਿਹੜਾ ਸਾਹਿਤਕਾਰ ਹੈਗਾ, ਜੋ ਵਰਲਡ ਦੀ ਮੂਵਮੈਂਟ ਚੱਲ ਰਹੀ ਹੁੰਦੀ ਹੈਗੀ, ਫਾਰ ਐਗਜ਼ਾਮਪਲ ਕਿਸੇ ਟਾਈਮ ਸੋਸ਼ਲਿਸਟ ਮੂਵਮੈਂਟ ਸੀ, ਉਹਦਾ ਇੰਪੈਕਟ ਜਿਹੜਾ ਲਿਟਰੇਚਰ ਦੇ ਵਿੱਚ ਆਉਣਾ। ਨਹੀਂ, ਉਹ ਗੱਲ ਹੋਰ ਹੈ। ਉਹ ਨਹੀਂ, ਕਿਉਂਕਿ ਉਹਦੇ ਵਿੱਚ ਜਿਹੜਾ ਉਸ ਟਾਈਮ ਦੀ ਜਿਹੜੀ ਲੈਂਗੁਏਜ ਹੁੰਦੀ ਆ, ਉਹ ਬਾਹਰਲੇ ਥਾਟ ਪ੍ਰੋਸੈਸ ਨੂੰ ਉਵੇਂ ਐਕਸਪ੍ਰੈਸ ਨਹੀਂ ਕਰ ਪਾਉਂਦੀ। ਫਿਰ ਉਹ ਕਿੱਥੋਂ ਉਦਾਹਰਨ ਲੈਂਦੇ ਨੇ। ਉਹ ਸਾਮਵਾਦੀ ਸ਼ਬਦ ਲੈਣਗੇ, ਸਮੰਤਵਾਦੀ ਸ਼ਬਦ ਲੈਣਗੇ, ਜਿਹੜੇ ਕਿ ਆਮ ਭਾਸ਼ਾ ਵਿੱਚ ਨਹੀਂ ਹੁੰਦੇਗੇ, ਆਮ ਨਹੀਂ ਹੁੰਦੇ, ਬੋਲਚਾਲ ਹੁੰਦੇ। ਕੈਪੀਟਲਿਜ਼ਮ ਦਾ ਆਪਦਾ ਸ਼ਬਦ ਲੈ ਕੇ ਆਉਣਗੇ, ਕਮਿਊਨਿਜ਼ਮ ਦਾ ਆਪਣਾ ਸ਼ਬਦ ਲੈ ਕੇ ਆਉਣਗੇ, ਕਿਉਂਕਿ ਇਹ ਸ਼ਬਦ ਸਾਡੀ ਪੁਰਾਣੀ ਭਾਸ਼ਾ ਵਿੱਚ ਉਸ ਟਾਈਮ ਨਹੀਂ ਸੀਗੇ। ਉਹ ਫਿਰ ਜਦੋਂ ਤੁਸੀਂ ਟਰਾਂਸਲੇਟ ਕਰਦੇ ਹੋ, ਉਹ ਕਾਫੀ ਡਿਫਿਕਲਟ ਹੁੰਦੇ ਤੁਸੀਂ, ਕਿਉਂਕਿ ਉਹ ਕਿਸੇ ਲੈਂਗੁਏਜ ਵਿੱਚੋਂ ਲਿਆ ਰਹੇ ਹੁੰਦੇ, ਉਹ ਫਿਰ ਤੁਹਾਡੀ ਮਾਂ ਬੋਲੀ ਨਹੀਂ ਹੁੰਦੀ। ਦੇਖੋ, ਟਰਾਂਸਲੇਸ਼ਨ ਕਰਨ ਲੱਗਿਆਂ ਵੀ ਹੁਣ ਭਾਵੇਂ ਕੋਈ ਹਿੰਦੀ ਦੀ ਕਹਾਣੀ ਹੈ, ਕੋਈ ਉਰਦੂ ਦੀ ਕਹਾਣੀ ਹੈ, ਕੋਈ ਇੰਗਲਿਸ਼ ਦੀ ਪੋਇਟਰੀ ਹੈ, ਜਾਂ ਕੋਈ ਕੁਛ ਵੀ ਹੋਰ ਆਰਟੀਕਲ ਹੈ ਕੋਈ, ਜੇ ਤੁਸੀਂ ਆਪਦੀ ਭਾਸ਼ਾ ਬਾਰੇ ਸਮਰੱਥ ਹੈਗੇ ਹੋ, ਰਿਚ ਹੈਗੇ ਹੋ, ਤੁਹਾਨੂੰ ਨੌਲੇਜ ਹੈਗੀ ਹੈ। ਹੁਣ ਆਪਾਂ ਗੱਲ ਕਰਦੇ ਨਾ ਜੀ, ਪੰਜਾਬੀ ਦੇ ਲਫ਼ਜ਼ ਤੁਸੀਂ ਗੱਲ ਕੀਤੀ ਹੈ, ਸੱਸੇ ਦੀ, ਸੱਸੇ ਪੈਰ ਬਿੰਦੀ ਦੀ, ਜਾਂ ਛੱਛੇ ਦੀ ਗੱਲ ਕੀਤੀ, ਮਤਲਬ ਉਹ ਸੱਸੇ ਪੈਰ ਬਿੰਦੀ ਵਾਲਾ ਸ਼ਬਦ ਵਰਤਦੇ ਆ, ਉਹਦਾ ਮਕਸਦ ਹੋਰ ਹੈ, ਮਤਲਬ ਹੋਰ ਹੈ। ਛੱਛਾ ਵਰਤਦੇ ਆ, ਚੱਚੇ ਤੋਂ ਬਾਅਦ ਛੱਛਾ ਜਿਹੜਾ ਆਉਂਦਾ, ਉਹਦਾ ਮਤਲਬ ਹੋਰ ਹੈ। ਠੀਕ ਹੈ ਜੀ। ਕੱਲੇ ਸੱਸੇ ਦਾ ਮਤਲਬ ਹੋਰ ਆ, ਨੰਨੇ ਦਾ ਮਤਲਬ ਹੋਰ ਆ, ਨਾਣੇ ਦਾ ਹੋਰ ਆ। ਉਹ ਕਿੱਥੇ ਕਿੱਥੇ ਵਰਤਨੇ ਇਸ ਤਰੀਕੇ ਨਾਲ। ਜਦੋਂ ਅਸੀਂ ਆਪਦੀ ਭਾਸ਼ਾ ਜਿਹੜੀ ਸਾਡੀ ਹੈਗੀ ਆ, ਉਹ ਇੰਨੀ ਸਮਰੱਥਾਵਾਨ ਆ, ਜਿਹਦੇ ਤੇ ਅਸੀਂ ਮਾਣ ਵੀ ਕਰਦੇ ਹਾਂ, ਤੇ ਫਿਰ ਸਾਨੂੰ ਉਹਦਾ ਟਰਾਂਸਲੇਸ਼ਨ ਇੰਨੀ ਸਾਦਗੀ ਨਾਲ ਕਰਨਾ ਚਾਹੀਦਾ
ਕਿ ਉਹ ਮੌਲਕ ਲੱਗੇ, ਇਹ ਨਾ ਲੱਗੇ ਕਿ ਇਹ ਤਾਂ ਕਿਸੇ ਦੀ ਟ੍ਰਾਂਸਲੇਸ਼ਨ ਕੀਤੀ ਹੋਈ ਹੈ। ਨਹੀਂ, ਇਹ ਸਕੂਲ ਆਫ ਥਾਟ ਹੈਗਾ ਜਿਨ੍ਹਾਂ ਨੇ ਕਿ ਬਹੁਤ ਸਿੰਪਲ ਲੈਂਗੁਏਜ ਵਿੱਚ ਟ੍ਰਾਂਸਲੇਸ਼ਨਸ ਕੀਤੀਆਂ ਨੇ, ਔਰ ਉਹ ਟ੍ਰਾਂਸਲੇਸ਼ਨ ਜਿਹੜੀਆਂ ਨੇ ਭਾਸ਼ਾ ਵਿਭਾਗ ਦੇ ਵਿੱਚ ਕਾਫੀ ਕੰਮ ਹੋਇਆ ਇਸ ਦੇ ਵਿੱਚ, ਜਿਹੜਾ ਕਿ ਸੌਖਾ ਸੀਗਾ ਤੇ ਲੋਕੀ ਪੜ੍ਹ ਸਕਦੇ ਸੀਗੇ। ਹਾਂਜੀ, ਜਿਹੜੀ ਮਾਂ ਬੋਲੀ ਦੀ ਜਿਹੜੀ ਗੱਲ ਆਪਾਂ ਸ਼ੁਰੂ ਕੀਤੀ ਸੀ, ਮੈਨੂੰ ਲੱਗਦਾ ਕਿਤੇ ਉਹ ਰਲਗੜ ਨਾ ਹੋ ਜਾਏ ਕਿਸੇ ਹੋਰ ਸਬਜੈਕਟ ਦੇ ਨਾਲ। ਮਾਂ ਬੋਲੀ ਨੂੰ ਜਿੰਦਾ ਰੱਖਣ ਦੇ ਲਈ ਕਈ ਵਾਰੀ ਬਹੁਤ ਸਾਰੀਆਂ ਬੋਲੀਆਂ ਭਾਸ਼ਾਵਾਂ ਜਿਹੜੀਆਂ ਹੈਗੀਆਂ ਉਹ ਅਲੋਪ ਹੋ ਜਾਂਦੀਆਂ, ਖਤਮ ਹੋ ਜਾਂਦੀਆਂ, ਖਤਮ ਕਰ ਦਿੱਤੀਆਂ ਜਾਂਦੀਆਂ, ਉਹਦੇ ਲਈ ਕੀ ਕਰਨਾ ਚਾਹੀਦਾ? ਦੇਖੋ, ਮੈਂ ਜਿਹੜੀ ਗੱਲ ਕਹਿ ਰਿਹਾ ਸੀਗਾ ਕਿ ਅਸੀਂ ਆਪਣੀ ਮਾਂ ਬੋਲੀ ਨੂੰ ਵੋਲੰਟੈਰੀਲੀ ਛੱਡ ਰਹੇ ਹਾਂ। ਬਿਲਕੁਲ, ਇਹ ਸਾਡੇ ਤੇ ਕੋਈ ਫੋਰਸ ਨਹੀਂ ਹੈਗੀ, ਚਿੰਤਾ ਦਾ ਵਿਸ਼ਾ ਹੈ। ਇਹ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਘਰਾਂ ਦੇ ਵਿੱਚ ਮਾਂ ਬੋਲੀ ਨੇ ਵਧਣਾ ਫੁੱਲਣਾ ਹੁੰਦਾ ਹੈਗਾ। ਜਦੋਂ ਘਰਾਂ ਦੇ ਵਿੱਚ ਮਾਂ ਬੋਲੀ ਦੀ ਇੱਕ ਸਬਸਟੀਚਿਊਟ ਬੋਲੀ ਲਿਆ ਕੇ, ਉਹ ਵੀ ਟੁੱਟੀ ਫੁੱਟੀ ਤੁਸੀਂ ਬੋਲੋਗੇ ਤਾਂ ਤੁਹਾਡੀ ਮਾਂ ਬੋਲੀ, ਜਦੋਂ ਤੁਸੀਂ ਮਾਂ ਬੋਲੀ ਦੇ ਕਰੈਕਟਰਿਸਟਿਕ ਹੈ ਨਾ, ਉਹਦਾ ਇੱਕ ਕਰੈਕਟਰਿਸਟਿਕ ਹੈ ਕਿ ਤੁਹਾਨੂੰ ਆਪਣੀ ਮਾਂ ਬੋਲੀ ਤੇ ਪ੍ਰਾਈਡ ਹੁੰਦਾ ਕਿ ਇਹ ਮੇਰੀ ਮਾਂ ਬੋਲੀ ਹੈ। ਜਿਹੜੀ ਚੀਜ਼ ਤੇ ਤੁਹਾਨੂੰ ਪ੍ਰਾਈਡ ਹੈ ਉਸ ਨੂੰ ਤੁਸੀਂ ਆਪਣੇ ਨੇੜੇ ਰੱਖਦੇ ਹੋ। ਠੀਕ ਹੈ। ਮੈਨੂੰ ਜੋ ਮਹਿਸੂਸ ਹੋਇਆ ਕਿ ਪਿਛਲੇ ਲੰਬੇ ਸਮੇਂ ਤੋਂ ਕਿ ਅਸੀਂ ਆਪਣੀ ਮਾਂ ਬੋਲੀ ਨੂੰ ਪਿਆਰ ਨਹੀਂ ਕੀਤਾ ਉਹਦੇ ਆਫਟਰ ਇਫੈਕਟਸ ਕਹਿ ਰਹੇ ਹੋ, ਉਹਦੇ ਫਾਲ ਆਊਟ ਇਹ ਹੋ ਗਏ ਕਿ ਅਸੀਂ ਇੱਧਰ ਉੱਧਰ ਸ਼ਬਦ ਲੈ ਲਏ। ਜਿਵੇਂ ਹੁਣ ਘਰਾਂ ਦੇ ਵਿੱਚ ਮੈਂ ਦੇਖਦਾ, ਹੈਂਡੀ ਧੋ ਲਓ ਜੀ, ਹੱਥ ਧੋਣਾ ਇਹ ਲੱਗਦਾ ਜਿਵੇਂ ਹੇਠੀ ਹੁੰਦੀ ਆ, ਹੈਂਡੀ ਧੋ ਲਓ ਜੀ। ਕੋਈ ਆਇਆ, ਸਤਿ ਸ੍ਰੀ ਅਕਾਲ ਨਹੀਂ ਉਹਨੂੰ ਕਹਿਣਾ, ਜਿਵੇਂ ਆਪਾਂ ਕਹਿੰਦੇ ਮੱਥਾ ਟੇਕ ਦਿਓ, ਉਹਨਾਂ ਨੂੰ ਕਹਿੰਦੇ ਜੀ ਹੈਡ ਬੋ ਕਰੋ। ਇਸ ਯਾਨੀ ਕਿਉਂਕਿ ਸਾਨੂੰ ਇਹ ਲੱਗ ਰਿਹਾ ਹੁੰਦਾ ਕਿ ਜਿਹੜੀ ਘਰ ਦੇ ਵਿੱਚ ਤਾਂ ਕੋਈ ਲੈਂਗੁਏਜ ਲਿਟਰੇਚਰ ਦੀ ਨਹੀਂ ਹੁੰਦੀ, ਤੇ ਜੇ ਅਸੀਂ ਉਸ ਲੈਂਗੁਏਜ ਦੇ ਸ਼ਬਦਾਂ ਨੂੰ ਆਪ ਹੀ ਤੋੜ ਫੋੜ ਦਈਏ ਤਾਂ ਫਿਰ ਲੱਗਦਾ ਕਿ ਅਸੀਂ ਉਹ ਚੀਜ਼ ਨਹੀਂ ਤੋੜਦੇ ਜਿਹਦੇ ਨਾਲ ਸਾਨੂੰ ਪਿਆਰ ਆ। ਘਰ ਦੀ ਕੋਈ ਚੀਜ਼ ਨਹੀਂ ਤੋੜਾਂਗੇ ਜਿਸ ਤੋਂ ਤੁਹਾਡਾ ਪੈਨ ਨਾਲ ਤੁਹਾਨੂੰ ਪਿਆਰ ਆ, ਤੁਸੀਂ ਕਦੇ ਨਹੀਂ ਤੋੜੋਗੇ। ਠੀਕ ਹੈ। ਤੁਹਾਡੀ ਜ਼ੁਬਾਨ ਆ, ਜੇ ਤੁਹਾਨੂੰ ਉਹਦੇ ਨਾਲ ਪਿਆਰ ਹੋਵੇ ਫਿਰ ਤੁਸੀਂ ਉਹਨੂੰ ਕਦੇ ਇੱਧਰ ਉੱਧਰ ਨਹੀਂ ਕਰੋਗੇ। ਤੋੜਨ ਦਾ ਮਤਲਬ ਇਹ ਆ ਕਿ ਇਹਦੇ 'ਚ ਸ਼ਬਦ ਇੱਧਰਲੇ ਉੱਧਰਲੇ ਪਾ ਕੇ। ਘਰਾਂ ਦੇ ਵਿੱਚ ਕਹਿੰਦੇ ਕਿਸੇ ਨੂੰ ਲੈ ਕੇ ਆਉਣਾ, ਆਪਾਂ ਕਿੰਨੇ ਅਦਬ ਨਾਲ ਕਹਿੰਦੇ ਸੀ ਵੀ ਸਾਡੇ ਘਰੇ ਗੈਸਟ ਆਉਣੇ, ਤੁਸੀਂ ਲੈ ਕੇ ਆਓ। ਇੱਥੇ ਕਹਿੰਦੇ ਆਪਾਂ ਚੁੱਕ ਲਿਆਈ, ਕਰੈਕਟ ਨਹੀਂ ਕੀਤਾ, ਉਹ ਇੰਨਾ ਪਪੂਲਰ ਹੋ ਗਿਆ। ਬਹੁਤ ਹੀ ਐਸੇ ਸ਼ਬਦ ਨੇ ਜਿਹੜੇ ਕਿ ਅਦਬ ਦੇ ਸ਼ਬਦ ਸੀਗੇ, ਉਹ ਹੋਰ ਕਿਸਮ ਦੇ ਬਣ ਗਏ। ਉਦੋਂ ਤਾਂ ਮੈਨੂੰ ਲੱਗਦਾ ਹੁੰਦਾ ਕਿ ਸਾਨੂੰ ਇਸ ਬੋਲੀ ਨਾਲ ਉਹਨਾਂ ਪਿਆਰ ਨਹੀਂ ਰਿਹਾ। ਕਿਉਂਕਿ ਕੋਈ ਹੋਰ ਸ਼ਬਦ ਵੀ ਦੱਸੋ ਇਦਾਂ ਦੇ ਜਿਹੜੇ ਤੁਹਾਨੂੰ ਲੱਗਦਾ ਕਿ ਇਹ ਮੌਲਕ ਹੋਣੇ ਚਾਹੀਦੇ ਸੀਗੇ ਤੇ ਅਸੀਂ ਉਹਦਾ ਮਤਲਬ ਹੀ ਹੋਰ ਬਣਾਤਾ? ਮੈਂ ਹੁਣ ਇੱਕ ਫੈਮਿਲੀ 'ਚ ਗਿਆ, ਬਹੁਤ ਬੜੀਆਂ ਅੱਛੀ ਫੈਮਿਲੀ ਸੀ, ਉਹਨਾਂ ਨੇ ਚਾਹ ਵਾਸਤੇ ਬੁਲਾਇਆ ਸੀ। ਉੱਥੇ ਸ਼ਬਦ ਵਰਤਿਆ ਗਿਆ ਵੀ ਬੁੜੀਆਂ ਇੱਧਰ ਬਹਿ ਜਾਓ, ਅੱਛਾ ਬੰਦੇ ਇੱਧਰ ਬਹਿ ਜਾਓ। ਬੁੜੀਆਂ ਉਹ ਆਮ ਤੌਰ ਤੇ ਇਹ ਪਿੰਡਾਂ ਦੇ ਵਿੱਚ ਸ਼ਬਦ ਵਰਤਿਆ ਸੀਗਾ। ਉਸ ਤੋਂ ਬਾਅਦ ਯਾਨੀ ਅਸੀਂ ਇਸ ਨੂੰ ਪਾਕਿਸਤਾਨੀ ਪੰਜਾਬੀ ਜਿਹੜੇ ਉਹ ਆਮ ਹੀ ਜਿਹੜੇ ਆ ਉਹ ਔਰਤਾਂ ਨੂੰ ਬੁੜੀਆਂ ਕਹਿੰਦੇ, ਉਹ ਬੁੜੀਆਂ ਕਹਿੰਦੇ ਸੀਗੇ। ਪਰ ਕਿਉਂਕਿ ਨਾ ਬੁੜੀਆਂ ਥੋੜਾ ਜਿਹਾ ਖਰਵਾ ਹੈ, ਕਿਉਂਕਿ ਲੰਬੇ ਟਾਈਮ ਤੋਂ ਅਸੀਂ ਇਹ ਸ਼ਬਦ ਛੱਡਿਆ ਹੋਇਆ, ਤੇ ਤੁਸੀਂ ਇੱਥੇ ਆ ਕੇ ਉਹ ਸ਼ਬਦ ਵਰਤਦੇ ਹੋ, ਫਿਰ ਬੱਚਿਆਂ ਨੂੰ ਨਹੀਂ ਪਤਾ ਲੱਗਦਾ ਇਸ ਗੱਲ ਦਾ ਕਿ ਬੁੜੀਆਂ ਕਿਉਂ ਕਹਿੰਦੇ ਨੇ। ਬੱਚੇ ਇਸ ਤੇ ਕਿੰਤੂ ਕਰਦੇ ਨੇ, ਬੱਚੇ ਪੁੱਛਦੇ ਨੇ। ਚਲੋ ਬੁੜਾ ਜਾਂ ਬੁੜੀ ਸ਼ਬਦ ਦਾ 올ਡ ਏਜ ਵਾਸਤੇ, 올ਡ ਏਜ ਨੂੰ ਬਜ਼ੁਰਗੀ ਵਾਸਤੇ ਤਾਂ ਸ਼ਬਦ ਠੀਕ ਹੈ, ਪ੍ਰੋਪਰ ਹੈਗਾ। ਪਰ ਜਦੋਂ ਤੁਸੀਂ ਫੈਮਿਲੀ ਦੇ ਵਿੱਚ ਤਾਂ ਬੁੜੀਆਂ ਦਾ ਉੱਥੇ ਕੀ ਨੂੰਹਾਂ ਵੀ ਨੇ ਨਾ, ਕੁੜੀਆਂ ਵੀ ਨੇ, ਉਹਨਾਂ ਨੂੰ ਬੁੜੀਆਂ ਕਿਹਾ ਗਿਆ ਕਿ ਤੁਸੀਂ ਇੱਧਰ ਬੈਠ ਜਾਓ। ਇਹਦੀ ਕਰੈਕਸ਼ਨ ਨਹੀਂ ਹੋਈ। ਤੇ ਬਾਕੀ ਨਾ ਜਿਹੜੀ ਜ਼ੁਬਾਨ ਹੈਗੀ ਹੈ, ਜਿਹੜੀ ਮਾਂ ਬੋਲੀ ਹੈ, ਇਹਦੇ ਵਿੱਚ ਨਾ ਕੁਝ ਰਸ ਹੁੰਦੇ ਆ। ਫਾਰ ਐਗਜ਼ਾਮਪਲ ਤੁਸੀਂ ਅੰਗਰੇਜ਼ੀ ਦੇ ਨਾਲ ਹੱਸ ਨਹੀਂ ਸਕਦੇ, ਬਿਲਕੁਲ ਹਾਸ ਰਸ ਹੈ, ਉਹ ਤੁਹਾਡੀ ਮਾਂ ਬੋਲੀ ਨੇ ਤੁਹਾਨੂੰ ਦੇਣਾ। ਬਿਲਕੁਲ ਠੀਕ ਹੈ। ਕਰੁਣਾ ਰਸ ਹੈ, ਤੁਸੀਂ ਕਿਸੇ ਦੁੱਖ ਦੇ ਉੱਪਰ ਗੱਲ ਕਰਨੀ ਹੈਗੀ ਆ, ਕਰੁਣਾ ਆਪਦੀ ਜ਼ਾਹਰ ਕਰਨੀ ਆ ਰੋ ਕੇ, ਇਹ ਅੰਗਰੇਜ਼ੀ 'ਚ ਤੁਸੀਂ ਨਹੀਂ ਕਰੁਣਾ ਕਰ ਸਕਦੇ। ਤੁਸੀਂ ਅਫਸੋਸ ਅੰਗਰੇਜ਼ੀ 'ਚ ਨਹੀਂ ਕਰ ਸਕਦੇ, ਇੱਕੋ ਗੱਲ ਕਹਿ ਸਕਦੇ ਓ ਮਾਈ ਗॉड, ਬਸ ਓ ਮਾਈ ਗॉड ਜਾਂ ਮਾਈ ਕੰਡੋਲੈਂਸਸ ਕਹੋਗੇ, ਸ਼ੌਕਿੰਗ। ਹਾਂ, ਸ਼ੌਕਿੰਗ। ਤੋ ਜਿਹੜੇ ਰਸ ਸੀਗੇ ਨਾ, 9 ਰਸ ਸੀਗੇ ਪੰਜਾਬੀ ਜ਼ੁਬਾਨ ਦੇ, ਸਾਰੀਆਂ ਜ਼ੁਬਾਨਾਂ 'ਚ ਹੀ ਹੁੰਦੇ ਹੈਗੇ ਆ, ਜਿਹਦੇ ਵਿੱਚ ਸ਼ਾਂਤ ਰਸ ਹੈ। ਬਹੁਤ ਕਿਸੇ ਦੇ ਕੋਲ ਜਾ ਕੇ ਤੁਸੀਂ ਚੰਗਾ ਟਾਈਮ ਬਿਤਾਉਣਾ ਹੈਗਾ, ਉਹ ਸ਼ਾਂਤ ਕਰਨਾ ਉਸ ਨੂੰ, ਉਹ ਰਸ ਤੁਹਾਡੀ ਜ਼ੁਬਾਨ ਨਾਲ ਹੀ ਉਹਨੂੰ ਮਿਲੂਗਾ। ਤੁਸੀਂ ਅੰਗਰੇਜ਼ੀ ਦੇ ਸੈਂਟੈਂਸ ਬੋਲ ਕੇ ਇੰਟੈਲੈਕਚੁਅਲ ਤਾਂ ਲੱਗ ਸਕਦੇ ਹੋ, ਪਰ ਤੁਸੀਂ ਉਸ ਨੂੰ ਸ਼ਾਂਤ ਰਸ ਨਹੀਂ। ਰਸਨ ਇਹ ਅਕਾਦਮਿਕ ਜੀ ਗੱਲ ਲੱਗਦੀ ਮੈਨੂੰ। ਤੁਸੀਂ ਇਹ ਗੱਲ ਸਮਝਾਓ ਵੀ ਆਮ ਪਰਿਵਾਰਾਂ ਦੇ ਵਿੱਚ ਬੈਠ ਕੇ ਚਿੰਤਾ ਇਹ ਪਰਿਵਾਰਾਂ ਤੋਂ ਸ਼ੁਰੂ ਹੋਈ ਹੈ। ਹਾਂਜੀ, ਬਿਲਕੁਲ ਚਿੰਤਾ, ਔਰ ਇਹਦਾ ਹੱਲ ਵੀ ਪਰਿਵਾਰਾਂ ਦੇ ਕੋਲ ਹੀ ਹੈ। ਬਿਲਕੁਲ ਪਰਿਵਾਰਾਂ ਦੇ ਕੋਲ ਆ। ਸ਼ੁਰੂਆਤ ਹੀ ਪਰਿਵਾਰਾਂ ਤੋਂ ਹੁੰਦੀ ਹੈ, ਫੈਮਿਲੀ ਤੋਂ ਹੁੰਦੀ ਹੈ,
ਹੱਲ ਵੀ ਇਹਦਾ ਜਿਹੜੀ ਚਿੰਤਾ ਵੀ ਪਰਿਵਾਰਾਂ ਦੀ ਲੈਵਲ ਤੇ ਆ, ਸੋਲੂਸ਼ਨ ਵੀ ਪਰਿਵਾਰ ਦੇ ਕੋਲ ਹੀ ਹੈ। ਦੇਖੋ ਮੈਂ ਤੁਹਾਨੂੰ ਦੱਸਦਾ ਕਿ ਯੂਨੈਸਕੋ ਨੇ, ਮੈਂ ਸਟੱਡੀ ਕਰ ਰਿਹਾ ਸੀ 1953-54 ਦੇ ਵਿੱਚ ਇਹ ਗੱਲ ਕਹੀ ਕਿ ਜੇ ਤੁਸੀਂ ਬੱਚਿਆਂ ਨੂੰ ਅਦਰ ਦੈਨ ਮਦਰ ਟੰਗ ਪੜ੍ਹਾਓਗੇ ਤਾਂ ਉਹਨਾਂ ਦਾ ਲਰਨਿੰਗ ਪ੍ਰੋਸੈਸ ਜਿਹੜਾ ਹੈਗਾ ਉਹ ਘਟ ਜੂਗਾ। ਅਸੀਂ ਇਹ ਸੋਚ ਰਹੇ ਹਾਂ ਵੀ ਸ਼ਾਇਦ ਅੰਗਰੇਜ਼ੀ ਪੜ੍ਹਾ ਕੇ ਇਹਨਾਂ ਦਾ ਲਰਨਿੰਗ ਪ੍ਰੋਸੈਸ ਜਿਹੜਾ ਬਹੁਤ ਅੱਗੇ ਕਰ ਰਹੇ ਹੈਗੇ ਆ। ਤਾਂ ਇੰਡੀਆ ਵਿੱਚ 3 ਲੈਂਗੁਏਜ ਫਾਰਮੂਲਾ ਹੈ। ਹਾਂਜੀ, ਸ਼ੁਰੂ ਤੋਂ ਇਹਨਾਂ ਦਾ ਹੋ ਗਿਆ ਵੈਰੀ ਫਸਟ ਡੇ ਤੋਂ। ਮੈਂ ਇਵਨ ਕੈਨੇਡਾ ਦੇ ਵਿੱਚ ਵੀ ਇਹਨਾਂ ਨੇ ਹੁਣ ਕਿਹਾ ਪਿੱਛੇ ਜੇ 1988 ਦੇ ਵਿੱਚ ਕੈਨੇਡੀਅਨ ਮਲਟੀਕਲਚਰਲ ਐਕਟ ਆਇਆ ਹੈਗਾ ਕਿ ਫ੍ਰੈਂਚ ਤੇ ਇੰਗਲਿਸ਼ ਤੋਂ ਬਿਨਾ ਜਿਹੜੀਆਂ ਇੰਡੀਜਨਸ ਲੈਂਗੁਏਜਸ ਨੇ ਉਹਨਾਂ ਨੂੰ ਪ੍ਰਮੋਟ ਕਰੋ, ਪ੍ਰੋਵਿੰਸ਼ੀਅਲ ਲੈਵਲ ਤੇ ਕਰੋ, ਫੈਡਰਲ ਲੈਵਲ ਤੇ ਕਰੋ ਤੁਸੀਂ। ਤੇ ਜਿਹੜੀ ਸਾਡੀ ਜ਼ੁਬਾਨ ਹੈ ਪੰਜਾਬੀ, ਅਸੀਂ ਇਹਨੂੰ ਨਾਲ ਲੈ ਕੇ ਆਏ ਹਾਂ। ਜੇ ਅਸੀਂ ਇਸ ਨੂੰ ਪ੍ਰੋਪਰਲੀ ਪ੍ਰਮੋਟ ਨਹੀਂ ਕਰਾਂਗੇ ਤੇ ਪ੍ਰਮੋਟ ਕਿੱਥੋਂ ਹੋਣੀ ਆ? ਇਹ ਪ੍ਰਮੋਟ ਤੁਹਾਡੀ ਫੈਮਿਲੀ ਚੋਂ ਸਟਾਰਟ ਹੋਣੀ। ਇਹ ਗੱਲ ਦਾ ਸਾਨੂੰ ਵੈਸੇ ਫਿਕਰ ਹੋਣਾ ਚਾਹੀਦਾ ਉਹੀ ਨਾ ਕਿ ਜੇ ਸਾਡੇ ਬੱਚੇ ਸਾਡੀ ਭਾਸ਼ਾ ਸਮਝਦੇ ਨਹੀਂ, ਬੋਲਦੇ ਨਹੀਂ ਤੇ ਉਹ ਜ਼ਿੰਦਗੀ ਵਿੱਚ ਬਹੁਤ ਸਾਰਾ ਕੁਝ ਲੂਜ਼ ਕਰ ਰਿਹਾ, ਗੁਆ ਰਿਹਾ। ਅੰਗਰੇਜ਼ੀ ਤਾਂ ਆ ਹੀ ਜਾਣੀ। ਦੇਖੋ ਅਸਲ 'ਚ ਕੀ ਆ ਕਿ ਕਿਉਂਕਿ ਲਾਈਫ ਇੱਥੇ ਬੜੀ ਫਾਸਟ ਹੈ, ਹਰ ਬੰਦਾ ਬਹੁਤ ਬਿਜ਼ੀ ਹੈਗਾ, ਪਰ ਇੱਕ ਜਿਹੜੀ ਗੱਲ ਸਮਝਣ ਵਾਲੀ ਹੈ ਨਾ, ਆਮ ਜਿਹੜਾ ਕਿ ਪੰਜਾਬੀ ਹੈ ਜਿਹੜਾ ਉਹ ਇਹ ਸੋਚਦਾ ਕਿ ਬੱਚੇ ਨੂੰ ਅਸੀਂ ਇੰਨੀ ਕੁ ਪੰਜਾਬੀ ਪੜ੍ਹਾ ਲਈਏ ਕਿ ਉਹ ਗੁਰਬਾਣੀ ਸਮਝ ਲਵੇ। ਇੱਕੋ ਹੀ ਸਪਿਰਿਟ ਹੈ ਜੋ ਮੈਂ ਸੁਣਦਾ ਹੈਗਾ ਵੀ ਗੁਰਦੁਆਰੇ ਜਾਊਗਾ ਉਹ ਗੁਰਬਾਣੀ ਸਮਝ ਸਕੂਗਾ। ਗੱਲ ਇਸ ਤਰ੍ਹਾਂ ਨਹੀਂ ਹੈਗੀ, ਪ੍ਰੈਕਟੀਕਲ ਨਹੀਂ ਹੈਗੀ। ਇਹ ਗੱਲ ਪ੍ਰੈਕਟੀਕਲ ਨਹੀਂ ਹੈਗੀ। ਪ੍ਰੈਕਟੀਕਲ ਨਹੀਂ। ਬੱਚੇ ਨੂੰ ਤੁਸੀਂ ਪੰਜਾਬੀ ਕਿਉਂ ਸਿਖਾਉਣੀ ਹੈ ਕਿ ਪੰਜਾਬੀ ਦਾ ਇੱਕ ਅਮੀਰ ਵਿਰਸਾ ਉਸ ਨੂੰ ਦੱਸਣਾ ਕਿ ਜੇ ਤੂੰ ਆਹ ਲੈਂਗੁਏਜ ਸਿੱਖੇਗਾ ਤਾਂ ਤੂੰ ਆਹ ਚੀਜ਼ਾਂ ਜਿਹੜੀਆਂ ਹੈਗੀਆਂ, ਫਾਰ ਐਗਜ਼ਾਮਪਲ ਪੰਜਾਬੀ ਦੇ ਅਮੀਰ ਵਿਰਸੇ ਦੇ ਵਿੱਚ ਉਹਨੇ ਭੰਗੜਾ ਸਮਝਣਾ। ਭੰਗੜਾ ਪਾਇਆ ਤਾਂ ਹੋਊਗਾ, ਪਰ ਬੋਲੀ ਦੀ ਸਪਿਰਿਟ ਤਾਂ ਹੀ ਹੈ ਨਾ ਜੇ ਉਹਨੂੰ ਪੰਜਾਬੀ ਆਊਗੀ। ਬੋਲੀ ਥੋੜੀ ਅੰਗਰੇਜ਼ੀ 'ਚ ਪੈਣੀ, ਬੋਲੀ ਨਾ ਅੰਗਰੇਜ਼ੀ 'ਚ ਪੈ ਸਕਦੀ। ਉਹਨੇ ਗਿੱਧਾ ਸਿੱਖਣਾ ਹੈ, ਉਹਨੂੰ ਤੁਸੀਂ ਗਿੱਧੇ ਦੀ ਟ੍ਰੇਨਿੰਗ ਤਾਂ ਦੇ ਦਿੱਤੀ ਹੈਗੀ ਆ, ਪਰ ਗਿੱਧੇ ਦੀਆਂ ਬੋਲੀਆਂ, ਟੱਪੇ, ਇਹ ਚੀਜ਼ਾਂ ਜਿਹੜੀਆਂ ਉਸਨੇ, ਅਸ਼ਟਪਦੀਆਂ, ਦੋਹੇ, ਇਹ ਉਸਨੇ ਕਿਵੇਂ ਸਮਝਣੇ ਨੇ? ਸਾਨੂੰ ਇਸ ਗੱਲ ਤੇ ਗੰਭੀਰ ਹੋਣਾ ਚਾਹੀਦਾ ਕਿ ਜਿਹੜਾ ਸਾਡਾ ਬੱਚਾ ਨਾ, ਇਹ ਗੱਲ ਕਹਿੰਦੇ ਨੇ ਕਿ ਸਕੂਲ ਵਾਲੇ ਪੰਜਾਬੀ ਪੜ੍ਹਾ ਦੇਣਗੇ ਸਫੀਸ਼ੀਐਂਟ ਹੈ, ਇਹ ਗੱਲ ਸਫੀਸ਼ੀਐਂਟ ਨਹੀਂ ਹੈ। ਜੇ ਆਪਾਂ ਅਕੈਡਮੀਆਂ 'ਚ ਆਪਾਂ ਡਾਂਸ ਵਾਸਤੇ ਭੇਜ ਸਕਦੇ ਹਾਂ, ਅਕੈਡਮੀਆਂ ਦੇ ਵਿੱਚ ਭੰਗੜੇ ਵਾਸਤੇ ਭੇਜ ਸਕਦੇ ਹਾਂ, ਪੇਂਟਿੰਗ ਸਿਖਾ ਸਕਦੇ ਹਾਂ, ਨੀਟਿੰਗ ਸਿਖਾ ਸਕਦੇ ਹਾਂ, ਤੇ ਫਿਰ ਆਪਾਂ ਆਪਦੀ ਪੰਜਾਬੀ ਬੋਲੀ, ਪੰਜਾਬੀ ਮਾਂ ਭਾਸ਼ਾ ਕਿਉਂ ਨਹੀਂ ਸਿਖਾ ਸਕਦੇ? ਤੇ ਪੰਜਾਬੀ ਮਾਂ ਭਾਸ਼ਾ, ਮਾਂ ਬੋਲੀ ਜਿਹੜੀ ਹੈਗੀ ਆ, ਇਹ ਇਕੱਲੀ ਊੜਾ ਆੜਾ ਸਿੱਖਣ ਵਾਲੀ ਗੱਲ ਨਹੀਂ ਹੈ। ਇਹ ਸ਼ੁਰੂਆਤ ਤਾਂ ਕਹੀ ਜਾ ਸਕਦੀ ਹੈ। ਸ਼ੁਰੂਆਤ ਕਹੀ ਜਾ ਸਕਦੀ। ਹੁਣ ਜਿਹੜੀ ਗੱਲ ਤੁਸੀਂ ਸ਼ੁਰੂ ਕੀਤੀ ਸੀਗੀ ਵੀ ਅਸੀਂ ਕਈ ਵਾਰੀ ਪੰਜਾਬੀ ਇਸ ਕਰਕੇ ਪੜ੍ਹਾਉਂਦੇ ਆ ਕਿ ਬੱਚਾ ਗੁਰਦੁਆਰੇ ਜਾਣ ਕੇ ਤੇ ਉਹ ਗੱਲ ਨੂੰ ਸਮਝ ਸਕੇ। ਜਦੋਂ ਤੱਕ ਉਹ ਸਮਝਣ ਵਾਲੀ ਏਜ ਵਿੱਚ ਆਉਂਦਾ ਉਹ ਜਾਣੋਂ ਹਟ ਜਾਂਦਾ। ਠੀਕ ਹੈ ਜੀ, ਉਹ ਜਾਣੋਂ ਹਟ ਜਾਂਦਾ। ਉਹ ਬੱਚਾ ਤੁਹਾਡਾ ਜਿਹੜਾ, ਤੁਸੀਂ ਵੀ ਸੋਚਦੇ ਆ ਵੀ ਇਹ ਸ਼ਰਾਰਤਾਂ ਕਰੂਗਾ, ਚਲੋ ਉੱਥੇ ਗੁਰਦੁਆਰੇ ਦੇ ਵਿੱਚ ਸਾਈਡ ਤੇ ਇੱਕ ਜਗ੍ਹਾ ਉਹਨਾਂ ਨੇ ਪ੍ਰਬੰਧ ਕੀਤਾ ਹੋਇਆ ਵੀ ਪੰਜਾਬੀ ਦੀਆਂ ਕਲਾਸਾਂ ਲਾਓ, ਜਿੰਨਾ ਚਿਰ ਅਸੀਂ ਪਾਠ ਸੁਣਾਂਗੇ, ਕੀਰਤਨ ਸੁਣਾਂਗੇ, ਉਹਨਾਂ ਚਿਰ ਤੱਕ ਬੱਚਾ ਉੱਥੇ ਉਹ ਕਲਾਸ ਅਟੈਂਡ ਕਰ ਲੂਗਾ, ਫਿਰ ਘਰ ਨੂੰ ਅਸੀਂ ਇਕੱਠੇ ਆ ਜਾਵਾਂਗੇ ਤੇ ਬੱਚਾ ਹੋਰਾਂ ਨੂੰ ਵੀ ਪੰਜਾਬੀ ਕੁੜੀਆਂ ਮੁੰਡੇ ਜਿਹੜੇ ਉਹਦੇ ਹਾਣ ਦੇ ਹੈਗੇ ਆ ਉਹਨਾਂ 'ਚ ਬੈਠਣਾ ਉੱਠਣਾ ਸਿੱਖ ਜਾਊਗਾ। ਇਹ ਸ਼ਾਇਦ ਸਾਡਾ ਭੁਲੇਖਾ ਬਹੁਤ ਵੱਡਾ, ਇਹ ਬਹੁਤ ਵੱਡਾ ਭੁਲੇਖਾ। ਮੈਂ ਆਮ ਦੇਖਿਆ ਯੰਗਰ ਜਨਰੇਸ਼ਨ ਦੇਖਦਾ ਮੈਂ ਸੈਰ ਕਰਨ ਵੇਲੇ ਕਿ ਉਹਦੇ ਬੱਚਿਆਂ ਦੇ ਨਾਲ ਅੰਗਰੇਜ਼ੀ ਆਉਂਦੀ ਨਹੀਂ, ਪੰਜਾਬੀ ਬੋਲਣੀ ਨਹੀਂ, ਤਾਂ ਕੀ ਹੁੰਦੀ ਆ, ਉਹ ਟੁੱਟੀ ਫੁੱਟੀ ਅੰਗਰੇਜ਼ੀ ਬੱਚੇ ਨਾਲ ਬੋਲਦੇ ਆ। ਬੱਚਾ ਉਸ ਤੋਂ ਅੱਛੀ ਇੰਗਲਿਸ਼ ਬੋਲ ਰਿਹਾ ਹੁੰਦਾ ਤਾਂ ਬੱਚਾ ਜੱਜ ਕਰ ਰਿਹਾ ਹੈਗਾ ਕਿ ਮੇਰੇ ਪੇਰੈਂਟਸ ਜਿਹੜੇ ਹੈਗੇ ਆ ਮੇਰੇ ਲੈਵਲ ਤੇ ਕਮੀ ਨਹੀਂ। ਤਾਂ ਮੈਂ ਇੱਕ ਫੈਮਿਲੀ ਵਿੱਚ ਗਿਆ, ਉਹ ਬੱਚੇ ਇੰਗਲਿਸ਼ ਬੋਲਦੇ ਸੀਗੇ, ਸੀ ਤਾਂ ਇੱਧਰਲੇ ਬੋਰਨ, ਪਰ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਸੀ ਪੰਜਾਬੀ ਸਮਝਦੇ ਪਰ ਅਸੀਂ ਪੰਜਾਬੀ ਬੋਲਦੇ ਨਹੀਂ। ਸਮਝਦੇ ਹੈਗੇ, ਸਾਰੀ ਗੱਲ ਸਮਝਦੇ ਆਪਦੇ ਮਾਂ ਪਿਓ ਦੀ, ਪੰਜਾਬੀ ਦੇ ਵਿੱਚ ਬੋਲਦੇ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਬੇਟਾ ਤੁਸੀਂ ਕਿਉਂ ਨਹੀਂ ਬੋਲਦੇ? ਕਿਉਂਕਿ ਉਹਨਾਂ ਨੂੰ ਪੰਜਾਬੀ ਵਿੱਚ ਆਪਣਾਪਨ ਨਹੀਂ ਲੱਗਿਆ। ਉਹ ਜਿਹੜਾ ਪਿਆਰ ਆਪਾਂ ਪਾਉਣਾ ਸੀ ਉਹਨਾਂ ਦਾ ਬੱਚਿਆਂ ਦਾ, ਆਪਾਂ ਫੇਲ ਹੋ ਗਏ ਉਸ ਕੰਮ। ਕਿੱਦਾਂ ਪਾਉਣਾ ਚਾਹੀਦਾ ਪਿਆਰ? ਕੋਈ ਮੁੱਢਲਾ ਸੋਲੂਸ਼ਨ ਦਾ ਦੱਸੋ। ਮੈਂ ਇਹਦੇ ਤੇ ਕਾਫੀ ਸੋਚਿਆ ਇਸ ਗੱਲ ਦੇ ਉੱਪਰ ਕਿ ਮੈਨੂੰ ਲੱਗਦਾ ਸੀ ਕਿ ਤੁਸੀਂ ਇਹ ਸਵਾਲ ਜ਼ਰੂਰ ਕਰੋਗੇ ਮੈਨੂੰ, ਕਿ ਘਰ ਦੇ ਵਿੱਚ ਇੱਕ ਅਲਮਾਰੀ, ਪੰਜਾਬੀ ਦੀਆਂ ਕਿਤਾਬਾਂ, ਤੇ ਇੱਕ ਟਾਈਮ ਮਾਂ-ਬਾਪ ਨੂੰ ਭਾਵੇਂ 15 ਮਿੰਟ ਹੋਣ ਇੱਕ ਕਿਤਾਬ ਚੁੱਕਣ। ਮਾਂ-ਬਾਪ ਨੂੰ ਤਾਂ ਪੰਜਾਬੀ ਆਉਂਦੀ ਹੈ ਕਿ ਬੱਚਿਆਂ ਦਾ ਪਿਆਰ ਪਾ ਦੇਣ ਕਿਤਾਬਾਂ ਦੇ। ਪਰ ਬੋਲ ਚਾਲ ਤਾਂ ਸ਼ੁਰੂ ਕਰੀ ਨਾ, ਬੋਲ
ਪਹਿਲਾਂ ਬੋਲਚਾਲ ਤਾਂ ਸ਼ੁਰੂ ਹੋਣੀ ਚਾਹੀਦੀ, ਕਿਤਾਬਾਂ ਪੜ੍ਹਨ ਵੱਲ ਧਿਆਨ ਤਾਂ ਸ਼ਾਇਦ ਬੱਚੇ ਦਾ ਬਾਅਦ ਚ ਜਾਊਗਾ, ਪਹਿਲਾਂ ਬੋਲੇ ਤਾਂ ਸਹੀ, ਜਾਂ ਅਸੀਂ ਉਹਨਾਂ ਨਾਲ ਬੋਲੀਏ ਤਾਂ ਸਹੀ। ਨਹੀਂ, ਪੇਰੈਂਟਸ ਨੂੰ ਤਾਂ ਘਰੇ ਪੰਜਾਬੀ ਬੋਲਣੀ ਚਾਹੀਦੀ ਚਾਹੀਦੀ ਬੋਲ। ਬਿਲਕੁਲ, ਮੈਂ ਕਹਿੰਦਾ ਕੋਈ ਅੰਗਰੇਜ਼ੀ ਦੀ ਕੋਈ ਅਸੀਂ ਬਹੁਤ ਵੱਡੇ ਇੰਟੈਲੈਕਚੁਅਲ ਨਹੀਂ ਹੋ ਜਾਂਦੇ ਘਰੇ ਅੰਗਰੇਜ਼ੀ ਬੋਲ ਕੇ। ਸਾਨੂੰ ਅੰਗਰੇਜ਼ੀ ਬੋਲਣ ਵਾਸਤੇ ਬਹੁਤ ਪਲੇਟਫਾਰਮ, ਸਾਨੂੰ ਉਸ ਲੈਵਲ ਦੀ ਆਉਂਦੀ ਨਹੀਂ ਹੁੰਦੀ, ਬੱਚਿਆਂ ਨੂੰ ਸਗੋਂ ਜ਼ਿਆਦਾ ਆਉਂਦੀ। ਦੇਖੋ ਨਾ, ਫ੍ਰੈਂਚ ਪੀਪਲ ਨੇ ਦੇ ਲਵ ਫ੍ਰੈਂਚ, ਉਹਨਾਂ ਨੇ ਇੰਗਲਿਸ਼ ਉਨੀ ਅਡਾਪਟ ਨਹੀਂ ਕੀਤੀ ਹੈਗੀ। ਇੰਗਲਿਸ਼ ਪੀਪਲ ਨੇ ਦੇ ਲਵ ਇੰਗਲਿਸ਼। ਠੀਕ ਹੈ। ਤੇ ਜੇ ਸਾਡੀ ਲੈਂਗੁਏਜ ਹੈਗੀ ਆ, ਅਸੀਂ ਇਸ ਨੂੰ ਕਿਉਂ ਨਹੀਂ ਪਿਆਰ ਕਰਦੇਗੇ? ਮੇਰਾ ਤਾਂ ਕੁਐਸਚਨ ਇਹ ਹੈ ਪੇਰੈਂਟਸ ਨੂੰ। ਤੁਹਾਨੂੰ ਲੱਗਦਾ ਇੱਕ ਜਿਹੜਾ ਇੱਕ ਸਵਾਲ ਇੱਥੇ ਦੇ ਜਿਹੜੇ ਮੂਲ ਨਿਵਾਸੀ ਆ ਕੈਨੇਡਾ ਦੇ, ਉਹਨਾਂ ਬਾਰੇ ਬੜੀਆਂ ਰਿਸਰਚ ਹੋ ਚੁੱਕੀਆਂ, ਬੜੀਆਂ ਖੋਜਾਂ ਹੋ ਚੁੱਕੀਆਂ, ਔਰ ਗੱਲਾਂ ਸਾਹਮਣੇ ਜਿਹੜੀਆਂ ਆਈਆਂ ਉਹ ਬੜੀਆਂ ਦਰਦਨਾਕ ਵੀ ਆ ਔਰ ਚਿੰਤਾ ਵਾਲੀਆਂ ਵੀ ਆ ਕਿ ਉਹਨਾਂ ਦੀ ਲੈਂਗੁਏਜ ਨੂੰ, ਘੱਟੋ ਘੱਟ ਲੈਂਗੁਏਜ ਨੂੰ ਮਾਰਨ ਵਾਸਤੇ ਵੀ ਜਿਹੜੇ ਇੰਗਲਿਸ਼ ਪੀਪਲ ਸੀਗੇ ਉਹਨਾਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ। ਉਹਨਾਂ ਦੇ ਬੱਚਿਆਂ ਨੂੰ ਦੂਰ ਜਿਹੜੇ ਖਾਸ ਸਕੂਲਾਂ ਦੇ ਵਿੱਚ ਪੜ੍ਹਾਉਣ ਦੀ ਗੱਲ, ਰੈਜ਼ੀਡੈਂਸ਼ੀਅਲ ਸਕੂਲ ਜਿਹੜੇ ਕਿਹਾ, ਹਾਂਜੀ, ਉੱਥੇ ਉਹਨਾਂ ਨੂੰ ਪੜ੍ਹਾਉਣਾ, ਉੱਥੇ ਉਹਨਾਂ ਦਾ ਕਲਚਰ ਚੇਂਜ ਕਰਨਾ, ਉਹਨਾਂ ਦੀ ਲੈਂਗੁਏਜ ਚੇਂਜ ਕਰਨਾ, ਉਹਨਾਂ ਦਾ ਵਿਰਸਾ ਹੀ ਸਾਰਾ ਕੁਝ ਬਦਲਣ ਦੀ ਕੋਸ਼ਿਸ਼ ਕੀਤੀ। ਅਸਫਲ ਕੋਸ਼ਿਸ਼, ਹੋਇਆ ਕੁਛ ਨਹੀਂ। ਰਿਜ਼ਲਟ ਕੀ ਨਿਕਲਿਆ? ਉਹ ਨਾ ਬੱਚੇ ਉਧਰ ਦੇ ਰਹੇ ਨਾ ਉਧਰ ਦੇ ਰਹੇ। ਠੀਕ ਹੈ ਜੀ। ਇਦਾਂ ਦੀ ਕੋਸ਼ਿਸ਼ ਜਿਹੜੀ ਆ ਉਹ ਸਾਰੇ ਥਾਵਾਂ ਤੇ ਹੋਈ। ਇੰਡੀਆ 'ਚ ਆਦੀਵਾਸੀ ਜਿਹੜੇ ਆ, ਜਿੱਥੇ ਵੀ ਪਾਵਰਫੁਲ ਲੋਕ ਗਏ ਨੇ, ਜਿੱਥੇ ਉਹਨਾਂ ਨੇ ਰੂਲ ਕਰਨਾ ਸੀਗਾ, ਉੱਥੇ ਇਹ ਸਾਰਾ ਮਾਡਲ ਇੱਕੋ ਹੀ ਸੀ। ਪਰ ਅੱਜ ਸਰਕਾਰਾਂ ਇਹ ਮਹਿਸੂਸ ਕਰਦੀਆਂ, ਕਿਉਂਕਿ ਹੁਣ ਡੈਮੋਕ੍ਰੇਸੀ ਹੈ। ਹਾਂ, ਸਰਕਾਰ ਅੱਜ, ਤੁਸੀਂ ਜ਼ਿਕਰ ਵੀ ਕੀਤਾ ਸੀ ਆਪਣੀ ਗੱਲ ਵਿੱਚ ਕਿ ਸਰਕਾਰ ਇਹ ਕਾਨੂੰਨ ਬਣ ਚੁੱਕਾ ਕਿ ਜਿੱਥੇ ਬੱਚੇ ਜਿਹੜੀ ਲੈਂਗੁਏਜ ਦੇ ਜ਼ਿਆਦਾ ਹੋਣਗੇ ਉੱਥੇ ਉਹਨਾਂ ਦੀ ਲੈਂਗੁਏਜ ਨੂੰ ਪੜ੍ਹਾਉਣ ਦੇ ਲਈ ਪ੍ਰਬੰਧ ਕੀਤੇ ਜਾਣ। ਬਿਲਕੁਲ ਕੀਤੇ ਜਾਣ। ਇਹ ਜੇ ਗਵਰਨਮੈਂਟ ਇਹ ਸੋਚ ਸਕਦੀ ਆ ਤੇ ਸਾਨੂੰ ਵੀ ਤਾਂ ਸੋਚਣਾ ਚਾਹੀਦਾ। ਨਹੀਂ, ਬਿਲਕੁਲ ਠੀਕ ਗੱਲ ਹੈ। ਜਿਹੜੀ ਲੈਂਗੁਏਜ ਆ ਤੁਹਾਡੀ, ਜੇ ਵੇਖੋ ਸਾਨੂੰ ਕਨਸਟੀਟਿਊਸ਼ਨ 'ਚ ਮੇਰਾ ਕੈਨੇਡੀਅਨ ਜਿਹੜੇ ਫਰੀडम ਰਾਈਟਸ ਨੇ, ਉਹਦੇ 'ਚ ਤੁਹਾਡੀ ਲੈਂਗੁਏਜ, ਤੁਹਾਡਾ ਕਲਚਰ, ਇਹ ਤਾਂ ਵਰਲਡ ਓਵਰ ਯੂਨੈਸਕੋ, UN ਸਾਰੇ ਕਹਿੰਦੇ ਆ ਕਿ ਬੰਦਾ ਜਿਹੜਾ ਹੈਗਾ ਉਹ ਆਪਦੇ ਨਾਲ ਆਪਦੀ ਜ਼ੁਬਾਨ, ਆਪਦਾ ਕਲਚਰ, ਆਪਦਾ ਵਿਰਸਾ ਲੈ ਕੇ ਤੁਰਿਆ ਫਿਰਦਾ, ਤੇ ਧਰਤੀ ਗਲੋਬਲ ਇੱਕੋ ਹੈ। ਠੀਕ ਹੈ। ਇਸ ਕਰਕੇ ਉਸ ਨੂੰ ਇਹ ਰਾਈਟ ਹੈ ਵੀ ਉਹ ਇਸ ਨੂੰ ਪ੍ਰਮੋਟ ਕਰੇ। ਜਦੋਂ ਫਿਊਡਲ ਸਟੇਟ ਸੀਗੀ ਉਦੋਂ ਇਹ ਰਾਈਟ ਖੋਇਆ ਗਿਆ ਸੀ। ਬਿਲਕੁਲ। ਇਹ ਹੁਣ ਰਾਈਟ ਜ਼ਿਆਦਾ ਰਿਸਟੋਰ ਹੋ ਰਿਹਾ ਸਾਡੇ। ਅਜੇ ਵੀ ਜਿੱਥੇ ਜਿਹੜੇ ਦੇਸ਼ਾਂ ਦੇ ਵਿੱਚ ਜਾਂ ਜਿਹੜੇ ਜਗ੍ਹਾ ਤੇ ਜਿੱਥੇ ਕੁਝ ਨਾ ਪੱਖੀ ਲੋਕ ਅਪਰੋਚ ਰੱਖਦੇ ਇਸ ਤਰੀਕੇ ਦੀ ਸੁਸਾਇਟੀ ਪ੍ਰਤੀ, ਜੇ ਉਹ ਇਦਾਂ ਦੀ ਕੋਈ ਘਿਨਾਉਣੀ ਕੋਸ਼ਿਸ਼ ਕਰਦੇ ਆ, ਇਦਾਂ ਦਾ ਯਤਨ ਕਰਦੇ ਆ, ਤਾਂ ਉਹਨਾਂ ਨੂੰ, ਜਿੱਦਾਂ ਤੁਸੀਂ UN ਦੀ ਗੱਲ ਕੀਤੀ ਹੈ, ਉਸ ਇਹੋ ਜਿਹੀਆਂ ਸੰਸਥਾਵਾਂ ਉਹਨਾਂ ਤੇ ਰੋਕ ਲਾਉਣ ਦੀ ਵੀ ਗੱਲ ਕਰਦੀਆਂ ਹੈਗੀਆਂ। ਬਿਲਕੁਲ ਕਰਦੀਆਂ। ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਇਹ ਕੰਮ ਨਹੀਂ ਕਰ ਸਕਦੇ। ਦੇਖੋ, ਜਿਹੜੇ ਵਰਲਡ ਚਾਰਟਰ ਹੈਗਾ ਫਰੀडम्स ਦਾ, ਕਿਸੇ ਦੀ ਕਾਸਟ ਤੇ, ਕਿਸੇ ਦੇ ਕਲਰ ਤੇ, ਕਿਸੇ ਦੀ ਲੈਂਗੁਏਜ ਤੇ ਤੁਸੀਂ ਡਿਸਕ੍ਰਿਮੀਨੇਟ ਨਹੀਂ ਕਰ ਸਕਦੇ। ਡਿਸਕ੍ਰਿਮੀਨੇਸ਼ਨ ਨਹੀਂ ਹੋ ਸਕਦੀ। ਠੀਕ ਹੈ। ਇਹ ਹਿਊਮਨ ਰਾਈਟਸ ਨੇ ਸਾਡੇ। ਹਾਂਜੀ। ਬੋਲੀ ਨੂੰ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਮਾਂ ਬੋਲੀ ਜਿਹੜੀ ਆ ਇਹਨੂੰ ਸੰਭਾਲ ਕੇ ਰੱਖਣ ਦੀ ਲੋੜ ਹੈ, ਔਰ ਇੱਕ ਜਨਰੇਸ਼ਨ ਤੋਂ ਦੂਜੀ ਜਨਰੇਸ਼ਨ ਤੱਕ ਪਾਸ ਕਰਨ ਦੀ ਲੋੜ ਹੈ, ਅੱਗੇ ਭੇਜਣ ਦੀ ਲੋੜ ਹੈ? ਬਿਲਕੁਲ ਠੀਕ ਗੱਲ ਹੈ ਤੁਹਾਡੀ, ਕਿ ਜਿੰਨੀ ਤੁਹਾਨੂੰ ਤੁਹਾਡੀ ਮਾਂ ਪਿਆਰੀ ਹੈ ਉਨੀ ਤੁਹਾਨੂੰ ਮਾਂ ਬੋਲੀ ਪਿਆਰੀ ਹੋਣੀ ਚਾਹੀਦੀ ਹੈ। ਜਿਵੇਂ ਮਾਂ ਦਾ ਵਿਰਸਾ ਜਾਂ ਗਾਹਾਂ ਸਾਰਾ ਅੱਗੇ ਦਿੱਤਾ ਜਾਂਦਾ, ਉਵੇਂ ਤੁਹਾਨੂੰ ਆਪਣੀ ਮਾਂ ਬੋਲੀ ਦਾ ਵਿਰਸਾ ਜਿਹੜਾ ਪਹਿਲਾਂ ਆਪ ਇੰਜੋਏ ਕਰਨਾ ਚਾਹੀਦਾ, ਫਿਰ ਬੱਚਿਆਂ ਨੂੰ ਇੰਜੋਏ ਕਰਨਾ ਚਾਹੀਦਾ, ਫਿਰ ਨੈਕਸਟ ਜਨਰੇਸ਼ਨ ਨੂੰ। ਇਸ ਨਾਲ ਤੁਹਾਡੀ ਜਿਹੜੀ ਮਾਂ ਬੋਲੀ ਹੈ ਜਿਉਂਦੀ ਰਹਿ ਸਕਦੀ ਹੈ। ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਜੀ, ਸ਼ਾਇਦ ਤੁਸੀਂ ਉਹਨੂੰ ਮਤਲਬ ਜਿਹੜਾ ਮੈਂ ਕਹਿ ਰਿਹਾ ਉਦਾਂ ਹੀ ਲਈਓ। ਗੱਲ ਅਸੀਂ ਅੰਗਰੇਜ਼ੀ 'ਚ ਕਰ ਰਹੇ ਹਾਂ, ਜਦੋਂ ਗਾਲ ਕੱਢਣੀ ਪੰਜਾਬੀ 'ਚ ਕੱਢਦੇ ਉਦੋਂ ਅਸੀਂ ਉਹ ਭੁੱਲ ਜਾਂਦੇ ਕਿ ਅਸੀਂ ਤੋਂ ਪਹਿਲਾਂ ਜਿਹੜੀ ਲਫ਼ਜ਼ ਬੋਲੇ ਸੀ ਜਾਂ ਕਨਵਰਸੇਸ਼ਨ ਸਾਡੀ ਜਿਹੜੀ ਸੀਗੀ ਉਹ ਅੰਗਰੇਜ਼ੀ 'ਚ ਸੀਗੀ, ਪਰ ਜਦੋਂ ਅਸੀਂ ਗਾਲ ਕੱਢੀ ਉਹਨੂੰ ਬੰਦੇ ਨੂੰ ਤੁਰੇ ਜਾਂਦੇ ਨੂੰ, ਤੇ ਉਦੋਂ ਅਸੀਂ ਪੰਜਾਬੀ 'ਚ ਕੱਢੀ। ਗਾਲਾਂ ਕੱਢਣੀਆਂ ਅਸੀਂ ਸਮਝਦੇ ਕਿ ਅਸੀਂ ਆਪਦੀ ਭਾਸ਼ਾ 'ਚ ਕੱਢ ਲਈਏ ਬੇਸ਼ੱਕ। ਉਹੀ ਨਾ, ਵੀ ਹਾਵ ਭਾਵ ਜਿਹੜੇ ਆ ਨਾ ਤੁਹਾਡੇ, ਇਹ ਆਪਦੀ ਜ਼ੁਬਾਨ ਬਿਨਾ ਪੂਰੇ ਨਹੀਂ ਉਤਰਦੇ। ਉਹੀ ਤੁਸੀਂ ਹੱਸਣਾ ਚਾਹੁੰਦੇ ਹੋ ਤੇ ਤੁਸੀਂ ਉਹ ਹੱਸੋਗੇ ਤੇ ਨਾਲ ਤੁਹਾਡੇ ਅੰਦਰੋਂ ਇਹ ਪ੍ਰਗਟਾਵਾ ਮੱਲੋ-ਮੱਲੀ ਹੋ ਜਾਂਦਾ ਕਿ ਤੁਸੀਂ ਪੰਜਾਬੀ ਹੋ। ਨਾਰਮਲੀ ਤੁਸੀਂ ਇੰਗਲਿਸ਼ ਦੀਆਂ ਕਿੰਨੀਆਂ ਸਟੋਰੀਜ਼ ਪੜ੍ਹ ਲਓ, ਸ਼ਾਇਦ ਤੁਹਾਨੂੰ ਉਹਨਾਂ ਹਾਸਾ ਨਹੀਂ ਆਉਂਦਾਗਾ, ਪਰ ਤੁਸੀਂ ਹਾਸ ਰਸ ਦੀ ਕੋਈ ਕਿਤਾਬ ਪੜ੍ਹ ਲਓ, ਗੁਰਨਾਮ ਸਿੰਘ ਤੀਰ ਦੀ ਪੜ੍ਹ ਲਓ, ਤੁਸੀਂ ਹਾਸ ਰਸ ਦੂਰੇ ਹੋ ਜਾਓਗੇ। ਬਿਲਕੁਲ। ਇਹ ਜ਼ੁਬਾਨ ਦੀ ਖੂਬਸੂਰਤੀ ਹੈ। ਬਹੁਤ ਮਿਹਰਬਾਨੀ ਪ੍ਰੋਫੈਸਰ ਤੁਹਾਡੀ, ਔਰ ਤੁਸੀਂ ਸਮਾਂ ਵੀ ਕੱਢਿਆ ਔਰ ਬਹੁਤ ਵਧੀਆ ਟੌਪਿਕ ਤੇ ਅੱਜ ਗੱਲਬਾਤ ਕੀਤੀ ਹੈਗੀ। ਬਹੁਤ ਮਿਹਰਬਾਨੀ। ਥੈਂਕ ਯੂ ਵੈਰੀ ਮਚ। ਥੈਂਕ ਯੂ ਵਿਊਅਰਸ। ਆਪਣੀ ਮਾਂ ਬੋਲੀ ਨੂੰ ਬਹੁਤ ਬਹੁਤ ਪਿਆਰ ਕਰੋ ਔਰ ਆਪਣੇ ਬੱਚਿਆਂ ਨੂੰ ਇਸ ਮਾਂ ਬੋਲੀ ਦੇ ਨਾਲ ਜੋੜੋ। ਥੈਂਕ ਯੂ ਵੈਰੀ ਮਚ।